मैं कोर्ट दे विच इन्ने केस करांगा तुहाडे ते, तुहाडा मैं ना जुत्तियां घसा दांगा तुहाडे कोर्ट च पा के। इहनूं अंग ही लिखना पेगा। तुसीं ना पहलां सारे कंन खोल के सुन लो, मैं किसी दा लिहाज नहीं करना। तो मैं तुहानूं कुछ इदां दीयां चीज़ां दसांगा आउण वाले दिनां दे विच। और तुसीं आपां किसे तो लैणा लूणा नहीं कुछ, तुसीं समझो कि किते मतलब कि माल मूल चक्कण दे चक्कर, माल नहीं, माल तां असीं वंडिया आ, असीं ਲੱਖਾਂ रुपया रोड़िया आ पंथ ते। ये कंप्लेंट है मेरी पहली कंप्लेंट। 6 कंप्लेंटां मैं 2008 तो लैके 2012 च लाइयां। उन्हां नूं तुहाडे नाल मैं किसी दिन फिर गल करांगा। पर तुसीं मेरे नाल की कीता, मैं 4 केस ब्रह्म ऋषि कुमार स्वामी दे लाए, जो 4 क्रिमिनल केस गुरबाणी बेअदबी दे। किसी सिख ने मेरे केस की विटनेस नहीं दी, और 4 केस मेरे डिसमिस हो गए। क्यों? ਤੁਸੀਂ ਸਿੱਖਾਂ ਨੂੰ ਕਿਹਾ ਸੀ ਗਵਾਹੀ ਦੇਣ ਲਈ? मैं बाबा जी सारिਆਂ ਕੋਲ ਗਿਆ, सिर्फ मैनू एक ਜਿਹੜੇ ਹੈਗੇ ਸੀ ਦਰਸ਼ਨ ਸਿੰਘ जी ਜਿਹੜੇ ਜਥੇਦਾਰ ਅਕਾਲ ਤਖਤ ਦੇ ਰਹੇ ਆ, ਉਹਨਾਂ ਕੋਲ ਇੱਕ ਵਾਰੀ ਉਹਨਾਂ ਨੇ ਮੈਨੂੰ ਇੱਕ ਸਿੰਘ ਦਿੱਤਾ ਖਾਲਸਾ ਪੰਚਾਇਤ ਦਾ, ਰਘਬੀਰ ਸਿੰਘ ਰਜਿੰਦਰ ਸਿੰਘ ਉਹਨਾਂ ਦਾ ਨਾਂ ਸੀ, ਚੰਡੀਗੜ੍ਹ ਦੇ। ਉਹਨੇ ਮੇਰੀ ਵਿਟਨੈਸ ਦਿੱਤੀ। ਪਰ ਬਾਬਾ ਜੀ ਆਪਾਂ 3 ਕਰੋੜ ਦੀ ਗਿਣਤੀ 'ਚ ਆ, ਤੇ ਗਵਾਹੀ ਮੇਰੀ ਇੱਕ ਬੰਦਾ ਦੇਣ ਡਿਆ, ਉਹ ਵੀ ਮਾੜੀ ਛੋਟੀ ਜਿਹੀ ਗਵਾਹੀ। ਆਪਾਂ ਮੇਰੇ ਘਰ ਦਾ ਕੰਮ ਸੀ, ਔਰ ਪੰਡਤ ਦਾ ਅੱਜ ਤੱਕ ਨਿਸ਼ਾਨਾ ਖਾਲੀ ਨਹੀਂ ਗਿਆ। ਕਿਹੜਾ ਕਿਹੜਾ ਵੀ ਗਿਆ। ਬਾਕੀ ਮੈਂ ਤੁਸੀਂ ਹੈ, ਮੈਂ ਤੁਹਾਡੇ ਕੋਲ ਕੋਈ ਮਾਫੀ ਮੂਵੀ ਨਹੀਂ ਮੰਗਣੀ। ਮੇਰੇ ਕੋਲ ਫੈਕਟ ਹੈ, ਮੈਂ ਸੱਚਾਈ ਬੋਲਾਂਗਾ। ਸਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਸੈਂਕੜੇ ਦੇ ਹਿਸਾਬ ਨਾਲ ਕਿਤਾਬਾਂ ਪਈਆਂ ਨੇ, ਕੁਝ ਬੈਗ ਦੇ ਵਿੱਚ ਵੀ ਨੇ, ਕੁਝ ਕਾਫੀ ਸਾਰੇ ਡਾਕੂਮੈਂਟਸ ਵੀ ਨੇ। ਇਹਨਾਂ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਵਾਰ-ਵਾਰ ਰਿਪੀਟਡਲੀ ਕੀਤੀਆਂ ਗਈਆਂ ਨੇ, ਔਰ ਕਿਸੇ ਨੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ। ਸੋ ਇਸ ਚੀਜ਼ ਦੇ ਉੱਪਰ ਹੀ ਗੱਲ ਕਰਾਂਗੇ। ਮੇਰੇ ਨਾਲ ਨੇ ਭਾਈ ਭਾਰਤ ਭੂਸ਼ਣ ਜੀ। ਇਹ 1993 ਤੋਂ ਲੱਗੇ ਹੋਏ ਨੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋ ਰਹੀ ਆ, ਬਾਣੀ ਗਲਤ ਲਿਖੀ ਜਾ ਰਹੀ ਹੈ, ਉਚਾਰੀ ਜਾ ਰਹੀ ਹੈ, ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਕੰਪਲੇਂਟਾਂ ਪਾਈਆਂ। ਲੱਖਾਂ ਰੁਪਏ 4 ਕੇਸ ਕੀਤੇ, ਲੱਖਾਂ, ਹਾਂਜੀ 4 ਕ੍ਰਿਮੀਨਲ ਕੇਸ ਕੀਤੇ, ਲੱਖਾਂ ਰੁਪਏ ਆਪਣੇ ਘਰ ਤੋਂ ਭਾਈ ਸਾਹਿਬ ਫੂਕ ਚੁੱਕੇ ਨੇ। ਨੌਕਰੀ ਵੀ ਵਧੀਆ ਕਰਦੇ ਸੀ, ਉਹ ਵੀ ਇਹਨਾਂ ਨੇ ਗਵਾ ਲਈ, ਸਿੱਖਾਂ ਨੇ ਸਾਥ ਨਹੀਂ ਦਿੱਤਾ। ਬੜੀ ਹੈਰਾਨੀ ਦੀ ਗੱਲ ਹੈ, ਸ਼ਰਮ ਵਾਲੀ ਗੱਲ ਵੀ ਹੈ ਕਿ ਸਿੱਖਾਂ ਨੇ ਗਵਾਹੀ ਵੀ ਨਹੀਂ ਦਿੱਤੀ ਇਹਨਾਂ ਦੇ ਪੱਖ ਦੇ ਵਿੱਚ। ਭਾਈ ਸਾਹਿਬ ਨੇ ਆਪਣੀ ਕਹਿ ਲਓ ਕਿ ਇੱਕ ਤਰ੍ਹਾਂ ਦੀ ਬਰਬਾਦੀ ਕਰਵਾਈ। ਉਹ ਸਾਰਾ ਕੁਝ ਭਾਈ ਸਾਹਿਬ ਦੱਸਣਗੇ। ਪਰ ਉਸ ਤੋਂ ਪਹਿਲਾਂ ਮੈਂ ਭਾਈ ਸਾਹਿਬ ਜੀ ਤੁਹਾਡਾ ਸਵਾਗਤ ਹੈ ਬ੍ਰੇਨ ਔਨ ਟੀਵੀ 'ਤੇ। ਸਰ, ਮੇਰੇ ਸਾਹਮਣੇ ਤੁਸੀਂ ਕਾਫੀ ਮੈਨੂੰ ਸਬੂਤ, ਡਾਕੂਮੈਂਟ, ਅਖਬਾਰਾਂ, ਰਿਪੋਰਟਾਂ, ਕਿੰਨਾ ਕੁਛ ਦਿਖਾਇਆ, ਸੀਡੀਆਂ ਵੀ ਨੇ ਤੁਹਾਡੇ ਕੋਲ, ਵੀਡੀਓਜ਼ ਵੀ ਤੁਸੀਂ ਮੈਨੂੰ ਦਿਖਾਈਆਂ ਵੀ ਕਿਹੜਾ ਬੰਦਾ ਕਿਵੇਂ ਬੋਲ ਰਿਹਾ, ਹੈ ਨਾ। ਅਤੇ ਹੁਣ ਤੁਸੀਂ ਪਿੱਛੇ ਜੇ ਇੱਕ ਮੈਂ ਤੁਹਾਡੀ ਤਸਵੀਰ ਵੀ ਦੇਖੀ ਹੈ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਗਏ, ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ, ਔਰ ਉਹ ਤੁਸੀਂ 6 ਕੰਪਲੇਂਟਾਂ ਜਿਹੜੀਆਂ ਮੈਨੂੰ ਦਿਖਾਈਆਂ ਸੀ ਉਹ ਇਸ ਟਾਈਮ ਮੇਰੇ ਸਾਹਮਣੇ ਪਈਆਂ ਨੇ। ਤਾਂ ਮੈਂ ਚਾਹੂੰਗਾ ਕਿ ਤੁਸੀਂ ਉਹ ਕੰਪਲੇਂਟਾਂ ਦੇ ਸੰਬੰਧ ਦੇ ਵਿੱਚ ਕੀ ਤੁਸੀਂ ਕਹਿ ਕੇ ਆਏ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਉਹਨਾਂ ਦੇ ਬਾਰੇ ਥੋੜ੍ਹਾ ਵੇਰਵਾ ਦਿਓਗੇ। ਕੰਪਲੇਂਟਾਂ ਕੀ ਸੀ ਤੁਹਾਡੀਆਂ? ਠੀਕ ਹੈ ਜੀ। ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਦੇ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਪੰਥ 'ਚ ਨਾਮ ਪੰਡਤ ਹੈ, ਮੈਨੂੰ ਪੰਡਤ ਕਹਿੰਦੇ ਆ। ਉਹਦਾ ਮੇਰਾ ਨਾਮ ਭਾਰਤ ਭੂਸ਼ਣ ਸਿੰਘ, ਔਰ ਮੈਂ 1993 ਤੋਂ ਇਹ ਗੁਰੂ ਸਾਹਿਬ ਦੇ ਲੇਖੇ ਲੱਗਾ, ਔਰ 3 ਸਾਲ ਹੋਏ, ਮੈਂ 3 ਸਾਲ ਤੋਂ ਉੱਤੇ ਹੋ ਗਿਆ, ਮੈਂ ਅੰਮ੍ਰਿਤ ਛਕ ਲਿਆ। ਮੈਂ ਨਾ ਬਾਣੀ ਪੜ੍ਹਦੇ 1981 ਤੋਂ ਬਾਣੀ ਪੜ੍ਹਦੇ ਮੈਂ ਨਾ ਸਾਬਤ ਸੂਰਤ 'ਚ ਚਲਾ ਗਿਆ। ਅਤੇ 3 ਸਾਲ ਤੋਂ ਅਤੇ ਮੈਨੂੰ ਨਾ ਬੜੀ ਸ਼ਰਮ ਆਉਂਦੀ, ਆਪਣਾ ਰੈਫਰੈਂਸ ਦਿੰਦੇ ਕਿ ਆਪਾਂ ਕਿਸ ਪਿੱਛੇ ਆਪਾਂ ਨਾ ਕੱਦੂ ਹੀ ਤੀਰ ਮਾਰ ਰਹੇ ਹਾਂ। ਆਪਣੇ ਕੋਲ ਕੋਈ ਸਬਜੈਕਟ ਨਹੀਂ ਹੈਗਾ, ਆਪਾਂ ਐਵੇਂ ਹੀ ਚੱਲਣ ਰਹੇ ਹਾਂ, ਔਰ ਆਪਣੀ ਐਨਰਜੀ ਜਿਹੜੀ ਆ ਉਹ ਆਪਾਂ ਇੱਦਾਂ ਹੀ ਜਾਇਆ ਕਰਨ ਰਹੇ ਹਾਂ। ਤੁਹਾਡੇ ਚਰਨਾਂ 'ਚ, ਸਾਰੇ ਸਿੱਖ ਸੰਗਤਾਂ ਦੇ ਚਰਨਾਂ 'ਚ ਇਹ ਬੇਨਤੀ ਹੈ ਕਿ ਤੁਸੀਂ ਆਪਾਂ ਬ੍ਰੇਨ ਔਨ ਟੀਵੀ 'ਤੇ ਸਾਰਾ ਐਪੀਸੋਡ ਟੋਟਲ ਜਿਹੜਾ ਪੰਥ ਦਾ ਪਾਰਟੀਸਪੇਸ਼ਨ ਹੈ, ਐਂਟੀ ਪਾਰਟੀਸਪੇਸ਼ਨ ਹੈ, ਉਹ ਤੁਹਾਨੂੰ ਬ੍ਰੇਨ ਔਨ ਟੀਵੀ 'ਤੇ ਐਕਸਕਲੂਸਿਵਲੀ ਦੱਸਿਆ ਜਾਏਗਾ। ਔਰ ਹੋਰ ਕਿਸੇ ਚੈਨਲ 'ਤੇ ਇਹਨੂੰ ਮੈਂ ਡਿਸਪਲੇ ਨਹੀਂ ਕਰਾਂਗਾ, ਔਰ ਨਾ ਹੀ ਕਿਸੇ ਨਾਲ ਮੈਂ ਕੋਈ ਐਗਰੀਮੈਂਟ ਕਰਾਂਗਾ। ਕਿਉਂਕਿ ਜੇ ਮੈਂ ਕੋਈ ਐਗਰੀਮੈਂਟ ਕਰਦਾ, ਮੈਂ ਜਿੰਨਾ ਮਰਜ਼ੀ ਮਾਲ ਅੱਜ ਦੀ ਤਰੀਕ 'ਚ ਵੀ ਛੁਪਾ ਸਕਦਾ, ਪਰ ਆਪਣਾ ਜਿਹੜਾ ਸਬਜੈਕਟ ਹੈ, ਜਿਹੜਾ ਆਪਣਾ ਮੇਨ ਓਬਜੈਕਟ ਹੈ, ਉਹ ਇਹ ਹੈ ਕਿ ਜਿਹੜੇ ਗੁਰੂ ਸਾਹਿਬ ਦੇ ਵਾਕ ਹੈ, ਜਿਹੜੀ ਗੁਰਬਾਣੀ ਹੈ, ਗੁਰੂ ਸਾਹਿਬ ਦੇ ਮੁਖ 'ਚੋਂ ਨਿਕਲੀ ਵਾਈਬ੍ਰੇਸ਼ਨ ਹੈ, ਇਹ ਗੁਰੂ ਸਾਹਿਬ ਨੇ ਨਹੀਂ ਉਚਾਰੀ, ਇਹ ਗੁਰੂ ਸਾਹਿਬ ਨੂੰ ਆਰਡਰ ਹੋਇਆ। ਆਰਡਰ ਕਿਹਦਾ ਹੋਇਆ? ਅਕਾਲ ਪੁਰਖ, ਏਕ ਓਂਕਾਰ, ਸਤਿਨਾਮ,
ਜਿਹਦੀ ਕੁਆਲਿਟੀ ਗੁਰੂ ਸਾਹਿਬ ਨੇ ਤੁਹਾਨੂੰ ਦੱਸੀ ਆ। ਇੱਕ ਓਂਕਾਰ, ਉਹ ਇੱਕ ਓਂਕਾਰ ਹੈ, ਉਹ ਸਤਨਾਮ ਹੈ, ਉਹ ਕਰਤਾ ਪੁਰਖ ਹੈ, ਉਹ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਹੈ। ਉਹ ਗੁਰੂ ਦੀ ਕਿਰਪਾ ਨਾਲ ਤੁਹਾਨੂੰ ਪਤਾ ਲੱਗੇਗਾ, ਇੱਦਾਂ ਨਹੀਂ ਪਤਾ ਲੱਗੇਗਾ। ਇੱਥੇ ਜਿਹੜਾ ਪ੍ਰਸ਼ਨ ਹੈ ਉਹ ਸਿੱਖ ਮੋਨੇ ਦਾ ਪ੍ਰਸ਼ਨ ਨਹੀਂ ਹੈਗਾ। ਪ੍ਰਸ਼ਨ ਇਹ ਹੈ ਕਿ ਗੁਰੂ ਨਾਲ ਤੁਹਾਡਾ, ਸਤਿਗੁਰੂ ਨਾਲ ਤੁਹਾਡਾ ਪਿਆਰ ਕਿੰਨਾ ਆ। ਅਤੇ ਮੈਨੂੰ ਜੇ ਕਿਸੇ ਨੇ ਪਰਖਣਾ ਹੋਵੇ ਤੇ ਮੈਨੂੰ ਤੁਸੀਂ ਪਰਖ ਸਕਦੇ ਹੋ। ਮੇਰੀ ਉਮਰ ਜਿਹੜੀ ਆ ਕਰੀਬ 60 ਸਾਲ ਦੀ ਆ, ਔਰ 40 ਸਾਲ ਮੇਰਾ ਜਿਹੜਾ ਹੈ ਗੁਰਬਾਣੀ ਤੇ ਰਿਸਰਚ ਵਰਕ ਹੀ ਆ। ਤੁਹਾਡਾ ਜਥੇਦਾਰ ਅੱਜ ਤੱਕ ਮੇਰੇ ਕੋਲ ਖੜਿਆ ਨਹੀਂ। ਖੜਿਆ ਕਿਉਂ ਨਹੀਂ? ਕਿਉਂਕਿ ਆਪਾਂ ਗੁਰਬਾਣੀ ਪੜ੍ਹਦੇ ਨਹੀਂ। ਜਦੋਂ ਆਪਾਂ ਪੜ੍ਹਨੀ ਨਹੀਂ ਆ ਤੇ ਗੁਰਬਾਣੀ ਜਿਹੜੀ ਆਪਣੀ ਸਪੀਕਿੰਗ ਪਾਵਰ ਆ, ਜਿਹੜੀ ਵਾਕ ਸ਼ਕਤੀ ਆ, ਉਹ ਆਣੀ ਨਹੀਂ ਆ। ਕਿਉਂਕਿ ਅਕਲ ਜਿਹੜੀ ਆ ਗੁਰਬਾਣੀ ਤੋਂ ਆਉਂਦੀ ਆ। ਉਹਦਾ ਜਿੰਨਾ ਮਰਜ਼ੀ ਸਿਆਣਾ ਹੋਵੇ। ਤੇ ਮੈਂ ਤੁਹਾਨੂੰ ਕੁਛ ਇੱਦਾਂ ਦੀਆਂ ਚੀਜ਼ਾਂ ਦੱਸਾਂਗਾ ਆਉਣ ਵਾਲੇ ਦਿਨਾਂ ਦੇ ਵਿੱਚ। ਉਹ ਤੁਸੀਂ ਆਪਾਂ ਕਿਸੇ ਤੋਂ ਲੈਣਾ ਲੂਣਾ ਨਹੀਂ ਕੁਛ। ਤੁਸੀਂ ਸਮਝੋ ਕਿ ਕਿਤੇ ਮਤਲਬ ਕਿ ਮਾਲ ਮੂਲ ਚੱਕਣ ਦੇ ਚੱਕਰ, ਮਾਲ ਨਹੀਂ, ਮਾਲ ਤਾਂ ਅਸੀਂ ਵੰਡਿਆ ਆ। ਅਸੀਂ ਲੱਖਾਂ ਰੁਪਈਆ ਰੋੜਿਆ ਆ ਪੰਥ 'ਤੇ। ਉਹ ਪੰਥ ਨੇ ਸਾਡੇ ਨਾਲ ਕੀ ਕੀਤਾ ਇਹ ਤੁਹਾਨੂੰ ਦੱਸਿਆ ਜਾਏਗਾ। ਬਿਠਾਤਾ ਤੁਸੀਂ ਕੌਮ ਦਾ ਨਾਂ ਬਦਨਾਮ ਕਰਤਾ। ਮੈਨੂੰ ਬੜੀ ਸ਼ਰਮ ਆਉਂਦੀ। ਪਿਛਲੇ ਦਿਨੀ ਮੈਂ ਜਥੇਦਾਰ, ਵੈਸੇ ਮੇਰਾ 2008 ਤੋਂ ਮੇਰਾ ਰੈਗੂਲਰ ਜਿਹੜਾ ਆ, ਇਹਦੇ ਮੈਂ 6 ਕੰਪਲੇਂਟਾਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਲੌਜ ਕੀਤੀਆਂ ਸੀ। ਉਹਨਾਂ ਦੇ ਨੰਬਰ ਦੇ ਦਾਂਗਾ। ਭਾਰਤ ਭੂਸ਼ਣ ਸ਼ਰਮਾ ਕਰਕੇ ਮੇਰੀ ਫਾਈਲ ਬਣੀ ਆ। ਕੋਈ ਬੰਦਾ ਵੀ ਜਾ ਕੇ ਉਹ ਕਢਾ ਸਕਦਾ। 2 ਫਾਈਲਾਂ ਹੈਗੀਆਂ, ਉਹ 'ਚ ਕਰੀਬ 500 ਕਾਗਜ਼ ਜਿਹੜੇ ਆ ਗੁਰਬਾਣੀ ਬੇਅਦਬੀ ਦੇ ਲੱਗੇ ਹੋਏ ਆ। ਅੱਜ ਦੀ ਤਰੀਕ ਜੀ ਤੁਸੀਂ ਕੱਢ ਕੇ ਦੇਖੋ। ਆਪਾਂ ਅੱਜ ਦੇ ਨਹੀਂ ਹੈਗੇ। ਮੈਂ ਕਦੇ ਆਇਆ ਹੀ ਨਹੀਂ TV 'ਤੇ, ਕਿਉਂਕਿ ਮੈਂ ਇਹ ਸ਼ਰਮ ਮਹਿਸੂਸ ਕਰਦਾ ਕਿ ਕੋਈ ਕੰਮ ਆਪਾਂ ਲੋਕਾਂ 'ਚ ਆ ਕੇ ਦੱਸ ਕੇ ਕਰੀਏ ਜੀ ਅਸੀਂ ਆਹ ਕਰਤਾ। ਮੈਂ ਗੁਪਤ ਰਿਹਾ, ਮੈਂ ਗੁਪਤੀ ਕੰਮ ਕਰਦਾ ਰਿਹਾ। ਪਰ ਤੁਸੀਂ ਮੇਰਾ ਪੱਠਾ ਬਿਠਾਤਾ। ਮੈਨੂੰ ਸਮਝ ਨਹੀਂ ਲੱਗੀ। ਗਲਤੀ ਮੇਰੇ ਕੋਲ ਆ ਕਿ ਤੁਹਾਡੀ ਅਕਲ 'ਚ ਕਮੀ ਆ। ਆਪਾਂ ਪੜ੍ਹਦੇ ਕੁਛ ਨਹੀਂ। ਪਿਛਲੇ ਦਿਨੀ ਗਿਆਨੀ ਹਰਪ੍ਰੀਤ ਜੀ ਨੂੰ ਮੈਂ ਮਿਲਿਆ। ਮੈਂ ਕਿਹਾ ਬਾਬਾ ਜੀ ਆਪਾਂ ਨਾ, ਮੇਰੀ 60 ਸਾਲ ਉਮਰ ਹੈ ਔਰ ਅਸੀਂ ਪੰਡਤ ਹੈਗੇ ਹਾਂ। ਪੰਡਤ ਤੋਂ ਮੈਂ ਅੰਮ੍ਰਿਤ ਛਕ ਲਿਆ, 3 ਸਾਲ ਹੋ ਗਏ। ਅਤੇ ਮੈਨੂੰ ਨਾ ਬੜੀ ਸ਼ਰਮ ਮਹਿਸੂਸ ਹੁੰਦੀ ਆ ਕਿ ਆਪਾਂ ਜਿਹੜਾ ਕੰਮ ਗੁਰੂ ਸਾਹਿਬ ਨੇ ਸਾਨੂੰ ਕਿਹਾ ਆਪਾਂ ਉਹ ਨਹੀਂ ਕਰਦੇ। ਗੁਰੂ ਸਾਹਿਬ ਨੇ ਕਿਹਾ ਸ਼ਬਦ ਕਮਾਣਾ, ਆਪਾਂ ਆਪਣੀਆਂ ਕਹਾਣੀਆਂ ਹੀ ਸੁਣਾਉਣ ਡੇ ਹਾਂ। ਆਪਾਂ ਆਪਣੇ ਗ੍ਰੰਥ ਇਕੱਠੇ ਕਰ ਲਏ, ਆਪਾਂ ਸੂਰਜ ਪ੍ਰਕਾਸ਼, ਆਪਾਂ ਕਈ ਪ੍ਰਕਾਸ਼ ਬਣਾਤੇ। ਜਾਂ ਗੁਰੂ ਸਾਹਿਬ ਦਾ ਇੱਕ ਵਾਰੀ ਆਰਡਰ ਹੋ ਗਿਆ ਕਿ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਕਿ ਮੇਰਾ ਹੁਕਮ ਨਹੀਂ ਹੈ, ਆਗਿਆ ਭਈ ਅਕਾਲ ਦੀ, ਅਕਾਲ ਪੁਰਖ ਦਾ ਆਰਡਰ ਹੈ। ਇਹ ਪੰਥ ਤਾਂ ਚੱਲ ਰਿਹਾ, ਮੇਰੀ ਮਰਜ਼ੀ ਨਹੀਂ ਹੈਗੀ। ਮੈਂ ਕੌਣ ਹਾਂ? ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿ ਗੁਰੂ ਕਿਹਨੂੰ ਮੰਨਣਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ। ਇਹ ਦਸ਼ਮ ਪਾਤਸ਼ਾਹ ਸਾਫ਼ ਕਹਿ ਗਏ, ਤੁਹਾਨੂੰ ਕੋਈ ਭੁਲੇਖਾ ਹੈ? ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਪ੍ਰਗਟ ਗੁਰਾਂ ਕੀ ਦੇ ਕੀ ਮਤਲਬ? ਇਹ ਹਾਜ਼ਰ ਨਾਜ਼ਰ ਜਿੰਦਾ ਜਾਗਦਾ, ਇਹ ਜਿੰਦਾ ਜਾਗਦਾ ਹੈ। ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਹੇ ਖੋ ਸ਼ਬਦ ਮਿਲੇ। ਖੋਜ 'ਚ ਸ਼ਬਦ 'ਚ ਲੱਭ ਲੈ ਕਾਕਾ, ਇੱਕ ਸ਼ਬਦ ਦੇ ਵਿੱਚ ਕੀ ਲਿਖਿਆ। ਅਤੇ ਆਪਾਂ ਕੀ ਕਰਨ ਡੇ ਆ? ਪਿਛਲੇ ਦਿਨ ਹੀ ਮੈਂ 5-6 ਕੰਪਲੇਂਟਾਂ ਲਾਈਆਂ ਜਥੇਦਾਰ ਸਾਹਿਬ ਨੂੰ। ਮੇਰੀ ਪਹਿਲੀ ਕੰਪਲੇਂਟ ਹੈ 413 ਨੰਬਰ ਹੈ, 15/7/2021 ਦੀ ਆ। ਇਹ ਜਥੇਦਾਰ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ। ਇਹਦਾ ਵਿਸ਼ੇ ਹੈਗਾ, ਇਹ ਕੰਪਲੇਂਟ ਹੈ ਮੇਰੀ ਪਹਿਲੀ ਕੰਪਲੇਂਟ। 6 ਕੰਪਲੇਂਟਾਂ ਮੈਂ 2008 ਤੋਂ ਲੈ ਕੇ 2012 'ਚ ਲਾਈਆਂ। ਉਹਨਾਂ ਨੂੰ ਤੁਹਾਡੇ ਨਾਲ ਮੈਂ ਕਿਸੇ ਦਿਨ ਫਿਰ ਗੱਲ ਕਰਾਂਗਾ। ਪਰ ਤੁਸੀਂ ਮੇਰੇ ਨਾਲ ਕੀ ਕੀਤਾ? ਮੈਂ 4 ਕੇਸ ਬ੍ਰਹਮ ਰਿਸ਼ੀ ਕੁਮਾਰ ਸਵਾਮੀ ਦੇ ਲਾਏ, ਜੋ 4 ਕ੍ਰਿਮੀਨਲ ਕੇਸ ਗੁਰਬਾਣੀ ਬੇਅਦਬੀ ਦੇ। ਕਿਸੇ ਸਿੱਖ ਨੇ ਮੇਰੇ ਕੇਸ ਦੀ ਵਿਟਨੈਸ ਨਹੀਂ ਦਿੱਤੀ। ਉਹ 4 ਕੇਸ ਮੇਰੇ ਡਿਸਮਿਸ ਹੋ ਗਏ। ਕਿਉਂ? ਤੁਸੀਂ ਸਿੱਖਾਂ ਨੂੰ ਕਿਹਾ ਸੀ ਗਵਾਹੀ ਦੇਣ ਲਈ? ਮੈਂ ਬਾਬਾ ਜੀ ਸਾਰਿਆਂ ਕੋਲ ਗਿਆ। ਸਿਰਫ ਮੈਨੂੰ ਇੱਕ ਜਿਹੜੇ ਹੈਗੇ ਸੀ ਦਰਸ਼ਨ ਸਿੰਘ ਜੀ, ਜਿਹੜੇ ਜਥੇਦਾਰ ਅਕਾਲ ਤਖਤ ਰਹੇ ਆ, ਉਹਨਾਂ ਕੋਲ ਇੱਕ ਵਾਰੀ ਉਹਨਾਂ ਨੇ ਮੈਨੂੰ ਇੱਕ ਸਿੰਘ ਦਿੱਤਾ ਖਾਲਸਾ ਪੰਚਾਇਤ ਦਾ, ਰਘਬੀਰ ਸਿੰਘ, ਰਜਿੰਦਰ ਸਿੰਘ ਉਹਨਾਂ ਦਾ ਨਾਂ ਸੀ, ਚੰਡੀਗੜ੍ਹ ਦੇ। ਉਹਨੇ ਮੇਰੀ ਵਿਟਨੈਸ ਦਿੱਤੀ। ਪਰ ਬਾਬਾ ਜੀ ਆਪਾਂ 3 ਕਰੋੜ ਦੀ ਗਿਣਤੀ 'ਚ ਆ ਅਤੇ ਗਵਾਹੀ ਮੇਰੀ ਇੱਕ ਬੰਦਾ ਦੇਣ ਡਿਆ, ਉਹ ਵੀ ਮਾੜੀ ਛੋਟੀ ਜਿਹੀ ਦੀ ਗਵਾਹੀ। ਆਪਾਂ ਮੇਰੇ ਘਰ ਦਾ ਕੰਮ ਸੀ, ਜਦ ਇਹ ਗੁਰੂ ਸਾਹਿਬ, ਕਿਉਂਕਿ ਗੁਰੂ ਸਾਹਿਬ ਸਾਡੇ ਪਿੱਛੇ ਸੀਸ ਕਟਾ ਕੇ ਗਏ ਆ। ਔਰ ਆਪਾਂ ਗੁਰੂ ਸਾਹਿਬ ਦਾ ਵਾਕ, ਗੁਰੂ ਸਾਹਿਬ ਦੀ ਬਾਣੀ, ਇਹਨੂੰ ਕੋਈ ਛੇੜੇਗਾ, ਇਹਦੇ ਨਾਲ ਕੋਈ
ਜਿਵੇਂ ਰਾਮ ਰਾਏ ਦਾ ਵੀ ਆਪਾਂ ਅਕਸਰ ਇਤਿਹਾਸ ਦੇ ਵਿੱਚੋਂ ਜ਼ਿਕਰ ਕਰਦੇ ਹਾਂ, ਗੁਰੂ ਸਾਹਿਬ ਨੇ ਦੁਬਾਰਾ ਉਹਨੂੰ ਮੂੰਹ ਨਹੀਂ ਸੀ ਲਾਇਆ, ਤਾਂ ਫਿਰ ਹੁਣ ਗਾਹੇ ਬਗਾਹੇ ਰੈਗੂਲਰ ਇਹ ਚੀਜ਼ਾਂ ਹੋ ਰਹੀਆਂ ਨੇ। ਮੈਂ ਕਿੰਨੀਆਂ, ਤੁਸੀਂ ਮੈਨੂੰ ਕਿਤਾਬਾਂ ਦਿਖਾਈਆਂ, ਸਾਰਾ ਕੁਝ ਹੈਗਾ ਇੱਥੇ ਸਾਹਮਣੇ ਹੀ ਆ, ਕਿ ਸ਼੍ਰੋਮਣੀ ਕਮੇਟੀ ਨੇ ਹਜ਼ਾਰਾਂ ਹੀ ਗਲਤੀਆਂ ਇਹਦੇ ਵਿੱਚ, ਇਤਿਹਾਸ ਜਿੱਥੇ ਵੀ ਦਿੰਦੇ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਗਲਤ ਲਿਖੀਆਂ ਨੇ। ਤੁਸੀਂ ਵੀਡੀਓ ਸੁਣਾਈਆਂ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਬੁਲਾਰੇ ਜਥੇਦਾਰ ਉਹ ਗੁਰਬਾਣੀ ਗਲਤ ਬੋਲ ਰਹੇ ਆ। ਹੁਣ ਜੇ ਐਡੇ ਵੱਡੇ ਬੰਦੇ ਇਦਾਂ ਕਰਦਾ, ਇਹ ਨਾ ਦਰਅਸਲ ਇਹ ਆ, ਇਹਨੂੰ ਇਹ ਸਮਝਦੇ ਆਪਣੀ ਜਾਇਦਾਦ, ਇਹ ਆਪਾਂ ਜਿੱਦਾਂ ਮਰਜ਼ੀ ਲਿਖ ਲਈਏ। ਤੁਸੀਂ ਨਾ ਪਹਿਲਾਂ ਸਾਰੇ ਕੰਨ ਖੋਲ ਕੇ ਸੁਣ ਲਓ, ਮੈਂ ਕਿਸੇ ਦਾ ਲਿਹਾਜ਼ ਨਹੀਂ ਕਰਨਾ ਔਰ ਮੈਂ ਆਪਣੇ ਆਪ ਦਾ ਲਿਹਾਜ਼ ਵੀ ਨਹੀਂ ਕੀਤਾ ਕਦੇ। ਗੱਲ ਇਹ ਹੈ, ਇਹ ਗੁਰੂ ਸਾਹਿਬ ਦੇ ਵਾਕ ਹੈ, ਇਹਨੂੰ ਇੱਜ਼ਤ ਨਾਲ ਬੋਲਣਾ ਪਏਗਾ। ਇਹ ਜਿੱਦਾਂ ਦਰਜ ਹੈ ਉੱਦਾਂ ਹੀ ਬੋਲਣੇ ਪੈਣਗੇ। ਇਹ ਤੁਹਾਡੇ ਘਰ ਦਾ ਰਾਜ ਨਹੀਂ ਹੈ ਕਿ ਤੁਸੀਂ ਜੀ ਅੱਜ ਤੁਕ ਉੱਧਰੋਂ ਫੜ ਲਓ ਉੱਧਰੋਂ ਮਰੋੜ ਦਿਓ। ਇਹ ਜਿਹੜੀ ਕਮੇਟੀ ਆ ਇਹਦਾ ਟੋਟਲ ਲਿਟਰੇਚਰ ਹੀ ਜਿਹੜਾ ਆ ਸਾਰਾ ਉਹ ਗੁਰਬਾਣੀ ਇੱਦਾਂ ਹੀ ਆ। ਪਲੱਸ ਇਹ ਕੀ ਕਰਦੇ ਆ, ਜਦ ਗੁਰੂ ਸਾਹਿਬ ਦਾ ਆਰਡਰ ਹੋ ਗਿਆ ਕਿ ਪ੍ਰਗਟ ਗੁਣਾਂ ਦੀ ਦੇ ਆ, ਇਹਦਾ ਮਤਲਬ ਕੀ ਹੋਇਆ ਕਿ ਜਿਹੜੀ ਆਪਾਂ ਗੁਰਬਾਣੀ ਦਾ ਰੈਫਰੈਂਸ ਦੇਣਾ, ਗੁਰਬਾਣੀ ਤੁਕਾਂ ਦਾ ਰੈਫਰੈਂਸ ਦਿੰਦੇ ਆ, ਜਿਹੜੀਆਂ ਆਪਾਂ ਰਚਨਾਵਾਂ ਛਾਪਦੇ ਆ, ਟੋਟਲ ਲਿਟਰੇਚਰ ਛਾਪਦੇ ਆ, ਉਹਦਾ ਜਿਹੜਾ ਰੈਫਰੈਂਸ ਆ ਗੁਰਬਾਣੀ ਦਾ ਉਹ ਅੰਗ ਕਰਕੇ ਦੇਣਾ ਚਾਹੀਦਾ, ਅੰਗ ਵਾਈਜ਼, ਕਿਉਂਕਿ ਉਹ ਪਾਰਟਸ ਆਫ ਬੋਡੀ ਆ। ਜਿਹੜੇ 1430 ਆ ਇਹ ਪੰਨੇ ਨਹੀਂ ਹੈਗੇ, ਇਹ ਪਾਰਟਸ ਆਫ ਬੋਡੀ ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆ। ਔਰ ਸੁਪਰੀਮ ਕੋਰਟ ਆਫ ਇੰਡੀਆ ਕੀ ਕਹਿ ਰਿਹਾ, ਸੁਪਰੀਮ ਕੋਰਟ ਆਫ ਇੰਡੀਆ ਇਹ ਕਹਿ ਰਿਹਾ 2000 ਦੇ ਵਿੱਚ 29 ਮਾਰਚ 2000 ਨੂੰ ਆਪਣੇ ਹਿਸਟੋਰੀਕਲ ਜਿਹੜਾ ਡਿਸੀਜਨ ਸੀ ਉਹਨੇ ਕੀ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਜ਼ ਏ ਜੁਰਾਸਟਿਕ ਪਰਸਨ and is worshipped by Sikh and is a living guru of Sikh। living guru ਦਾ ਮਤਲਬ ਕੀ, ਜਿੰਦਾ ਜਾਗਦਾ। ਨਿਊ ਜਰਸੀ ਜਿਹੜੀ ਆ ਅਮਰੀਕਾ ਦੀ ਕੋਰਟ ਸੈਨੇਟ ਹੈ ਉਹਦੇ 'ਚ ਵੀ ਇਹ ਪਾਸ ਹੋ ਗਿਆ ਕਿ ਇਹ ਲਿਵਿੰਗ ਗੁਰੂ ਹੈ। ਜਦ ਲਿਵਿੰਗ ਗੁਰੂ ਹੈ ਇਹਦਾ ਮਤਲਬ ਕੀ ਹੋਇਆ ਕਿ ਇਹਦੇ ਜਿਹੜੇ ਆ ਆਪਾਂ ਰੈਫਰੈਂਸ ਦਿੰਦੇ ਆ ਗੁਰਬਾਣੀ ਦਾ, ਉਹਨੂੰ ਪੰਨੇ ਦੀ ਨਾਲ ਨਹੀਂ ਦੇਣਾ, ਉਹਨੂੰ ਆਪਾਂ ਅੰਗ ਕਰਕੇ ਰਿਪਰੈਜ਼ੈਂਟ, ਅੰਗ ਪਾਰਟਸ ਆਫ ਬੋਡੀ ਕਰਕੇ ਦੇਣਾ। ਆਪਾਂ ਪੰਨੇ ਦੇ ਦੇਣ ਡਿਆ। ਕਮੇਟੀ ਜਿਹੜੀ ਆ ਧਰਮ ਪ੍ਰਚਾਰ ਕਮੇਟੀ SGPC, ਇਹ ਟੋਟਲ ਤੁਹਾਡੀਆਂ ਰਿਲੀਜੀਅਸ ਕੁਛ ਛੱਡ ਕੇ ਜਿੱਦਾਂ ਭਾਈ ਗੁਰਕਬਾਲ ਜੀ ਆ ਜਾਂ ਇਹ ਅੰਗ ਨਾਲ ਦਿੰਦੇ ਆ ਰਿਪਰੈਜ਼ੈਂਟੇਸ਼ਨ। ਇਹਨਾਂ ਬਾਰੇ ਤੁਹਾਨੂੰ ਹੋਰ ਅੱਗੇ ਦੱਸਾਂਗੇ। ਬਾਕੀ ਜਿਹੜਾ ਤੁਹਾਡਾ ਟੋਟਲ ਲਿਟਰੇਚਰ ਆ ਉਹ ਪੰਨੇ ਨਾਲ ਤੁਸੀਂ ਰੈਫਰੈਂਸ ਦਿੰਦੇ ਆ ਗੁਰਬਾਣੀ ਤੁਕ ਦਾ। ਇਹ ਬਾਬਾ ਜੀ ਕੰਮ ਇੱਦਾਂ ਚੱਲਣਾ ਨਹੀਂ ਹੈਗਾ। ਮੈਂ ਕੋਰਟ ਦੇ ਵਿੱਚ ਇੰਨੇ ਕੇਸ ਕਰਾਂਗਾ ਤੁਹਾਡੇ ਤੇ, ਤੁਹਾਡਾ ਮੈਂ ਨਾ ਜੁੱਤੀਆਂ ਘਸਾ ਦਾਂਗਾ ਤੁਹਾਡੇ ਕੋਰਟ 'ਚ ਪਾ ਕੇ। ਇਹਨੂੰ ਅੰਗ ਹੀ ਲਿਖਣਾ ਪਏਗਾ ਕਿਉਂਕਿ ਸੁਪਰੀਮ ਕੋਰਟ ਆਫ ਇੰਡੀਆ ਕਹਿ ਰਿਹਾ ਆਪਾਂ 300 ਸਾਲ ਤੋਂ ਉੱਤੇ ਹੋ ਗਿਆ ਗੁਰੂ ਸਾਹਿਬ ਦਾ ਇਹ ਪ੍ਰਕਾਸ਼ ਹੋਏ, ਸਰੂਪ ਦਾ ਪ੍ਰਕਾਸ਼ ਹੋਏ। ਆਪਾਂ ਨੂੰ ਅੱਜ ਤੱਕ ਇਹੀ ਨਹੀਂ ਪਤਾ ਲੱਗਾ ਕਿ ਇਹ ਪੰਨਾ ਲਿਖਣਾ ਕਿ ਅੰਗ ਲਿਖਣਾ। ਨਾ ਇਹ ਤੁਹਾਨੂੰ ਮੋਨਾ ਬੰਦਾ ਆ ਕੇ ਦੱਸੇਗਾ, ਮੋਨਾ ਬੰਦਾ ਅੰਮ੍ਰਿਤ ਛਕ ਕੇ ਫੇਰ ਦੱਸੇਗਾ। ਮੋਨਾ ਬੰਦਾ ਅੰਮ੍ਰਿਤ ਛਕ ਕੇ ਆਇਆ, ਆਪਾਂ ਕਿਉਂ ਨਹੀਂ ਛਕਣ ਦੇ ਨਾ। ਜੇ ਮੋਨਾ ਬੰਦਾ ਪੰਡਤ ਜਿਹੜਾ ਆ, ਇੱਕ ਪੰਡਤ ਬਾਣੀ ਪੜ੍ਹਦੇ ਆ ਸਾਬ ਸੂਰਤ ਚਲਾ ਗਿਆ। ਤੁਸੀਂ ਪਾਠ ਕਰੋ ਨਾ ਕਰੋ ਮੈਨੂੰ ਕੋਈ ਮਤਲਬ ਨਹੀਂ, ਤੁਸੀਂ ਅੰਮ੍ਰਿਤ ਛਕੋ, ਨਹੀਂ ਛਕਣਾ ਨਾ ਛਕੋ। ਮੈਨੂੰ ਜ਼ਰੂਰਤ ਸੀ ਮੈਂ ਛਕ ਲਿਆ, ਤੁਹਾਨੂੰ ਲੱਗਦੀ ਹੈ ਜ਼ਰੂਰਤ ਤੇ ਛਕ ਲਓ, ਨਹੀਂ ਛਕਣਾ ਨਾ ਛਕੋ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਆਪਾਂ ਨਾ ਇਕੱਠੇ ਰਹੀਏ, ਆਪਾਂ ਛਕ ਲਈਏ। ਆਪਣਾ ਗੁਰੂ ਇੱਕ ਹੈ, ਉਹ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ। ਆਪਾਂ ਅੱਜ ਤੱਕ 300 ਸਾਲ ਤੋਂ ਉੱਤੇ ਹੋ ਗਏ, ਆਪਾਂ ਇਕੱਠੇ ਨਹੀਂ ਹੋਏ। ਆਪਾਂ ਆਪਣੇ ਦਲ, ਫਲਾਨਾ ਦਲ, ਢਿਮਕਣਾ ਦਲ ਆ ਕਾਂਗਰਸ ਜਿਹਨੇ ਪੱਠਾ ਬਿਠਾਇਆ ਸਾਡਾ, ਉਹਦੇ ਵਿੱਚ ਸਿੱਖ ਵੜੀ ਜਾਂਦੇ। ਤੁਸੀਂ ਕਾਂਗਰਸ ਤੋਂ ਛੋਲੇ ਲੈਣੇ ਆ। ਆਪਾਂ ਜਿਹੜੀ ਅਕਾਲ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜੀ ਮੇਰੀ ਉਹ ਜ਼ਰੂਰੀ ਹੈ ਜੀ। ਹਾਂਜੀ, ਉਹਦੇ 'ਤੇ ਆਪਾਂ ਕੰਸਨਟਰੇਟ ਕਰੀਏ। ਸਭ ਤੋਂ ਪਹਿਲਾਂ ਮੇਰੀ 413 ਨੰਬਰ ਕੰਪਲੇਂਟ ਹੈਗੀ ਆ। ਇਹਦਾ ਰਿਸੀਪਟ ਨੰਬਰ ਹੈ 15/7/2021। ਇਹਦਾ ਵਿਸ਼ਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੁਰਬਾਣੀ ਤੁਕਾਂ ਦਾ ਹਵਾਲਾ, ਪੰਨਾ ਲਿਖਣ ਦੀ ਜਗ੍ਹਾ ਅੰਗ ਲਿਖ ਕੇ ਗੁਰਬਾਣੀ ਤੁਕਾਂ ਦਾ ਹਵਾਲਾ ਦੇਣਾ। ਆਪਾਂ ਜਿਹੜੇ ਟੋਟਲ ਲਿਟਰੇਚਰ ਹੈ, ਚਾਹੇ ਉਹ ਰਿਲੀਜੀਅਸ ਇੰਸਟੀਟਿਊਸ਼ਨ ਹੈ ਚਾਹੇ ਨੋਨ ਰਿਲੀਜੀਅਸ ਇੰਸਟੀਟਿਊਸ਼ਨ ਹੈਗੀਆਂ, ਇਹ ਸਾਰੇ ਪੰਨੇ ਦਾ ਹਵਾਲਾ ਦਿੰਦੇ ਆ। ਪੰਨਾ ਮਤਲਬ ਕਿਤਾਬ ਦਾ ਪੰਨਾ ਹੁੰਦਾ। ਜਦ ਕੋਰਟ ਨੇ ਕਿਹਾ ਤਾਂ ਸੁਪਰੀਮ ਕੋਰਟ ਆਫ ਇੰਡੀਆ ਕਹਿ ਰਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਹ ਮੇਰੀ ਕੰਪਲੇਂਟ ਹੈ, ਚੰਗੀ ਤਰ੍ਹਾਂ ਪੜ੍ਹ ਲਓ। ਜੇ ਤੁਸੀਂ ਕਾਪੀਆਂ ਚਾਹੀਦੀਆਂ ਤੁਹਾਨੂੰ ਕਾਪੀਆਂ ਜੋ ਕਹੋਗੇ ਉਹ ਤੁਹਾਨੂੰ ਦੇ ਦਾਂਗੇ। ਤੁਹਾਡੀ ਸੇਵਾ 'ਚ ਹਾਜ਼ਰ। ਪੰਡਤ ਤੁਹਾਡੀ ਚਰਨਾਂ ਦੀ ਧੂਲ ਹੈ। ਇੱਦਾਂ ਆਪਾਂ ਗੱਲ ਸਮਝ ਲਈਏ ਪਹਿਲਾਂ।
ਇਹ ਅਸੀਂ ਵੈਸੇ ਵੀ ਸਕਰੀਨ ਤੇ ਦਿਖਾ ਦਾਂਗੇ, ਦਰਸ਼ਕ ਦੇਖ ਲੈਣਗੇ। ਅੱਛਾ ਠੀਕ ਹੈ। ਆਪਾਂ ਦੋਹਰਾ ਵੀ ਪੜ੍ਹਦੇ ਹਾਂ ਰੋਜ਼, ਅਰਦਾਸ 'ਚ ਆਗਿਆ ਪਈ ਕਾਲ ਕੀਤਾ ਵਿੱਚ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜਦ ਪ੍ਰਗਟ ਗੁਰਾਂ ਦੀ ਦੇ ਆ ਤੇ ਆਪਾਂ ਅੰਗ ਨਾਲ ਇਹਨੂੰ ਰੈਫਰੈਂਸ ਦਈਏ, ਆਪਾਂ ਇਹਨੂੰ ਸਮਝੀਏ। ਆਪਾਂ ਕਿਤਾਬਾਂ 'ਚ ਹੀ ਸਮਝਣ ਡੇ ਆ, ਆਪਾਂ ਜ਼ਬਾਨੀ ਸਮਝਣ ਡੇ ਆ। ਆਪਾਂ ਇਹ ਬਾਬਾ ਜੀ ਇੱਜ਼ਤ ਕਰਨੀ ਪੈਣੀ ਤੁਹਾਨੂੰ, ਕਿਉਂਕਿ ਇਹ ਤੁਰਕੀ ਬਾਣੀ ਆ ਔਰ ਇਹ ਮੈਟਾਫਿਜ਼ਿਕਸ ਹੈ। ਟੋਟਲ ਗੁਰਬਾਣੀ ਜਿਹੜੀ ਆ ਮੈਟਾਫਿਜ਼ਿਕਸ ਫਿਲੋਸਫੀ ਬੇਸਡ ਹੈਗੀ। ਮੈਟਾਫਿਜ਼ਿਕਸ ਮਤਲਬ ਤੱਤ ਗਿਆਨ, ਅਸਲੀਅਤ, ਇਹ ਰਿਐਲਿਟੀ ਹੈ। ਇਹ ਕੋਈ ਐਵੇਂ ਕਹਾਣੀਆਂ ਨਹੀਂ ਹੈਗੀਆਂ। ਤੁਹਾਨੂੰ ਮੈਂ ਦੱਸਾਂਗਾ ਇਹਦੀ ਕੀ ਸ਼ਕਤੀ ਆ, ਅੱਗੇ ਗੁਰਬਾਣੀ 'ਚ ਕੀ ਸ਼ਕਤੀ। ਤੁਹਾਨੂੰ ਮੈਂ ਗੁਰਬਾਣੀ ਦੀ ਵਰਕਸ਼ਾਪ ਲਾਵਾਂਗਾ, ਤੁਸੀਂ ਮੈਨੂੰ ਉੱਠ ਕੇ ਦਿਖਾਇਓ, ਤੁਹਾਨੂੰ ਇੰਨਾ ਨਸ਼ਾ ਹੋਏਗਾ ਗੁਰਬਾਣੀ ਤੋਂ। ਮੈਂ ਗੁਰਬਾਣੀ ਦੀਆਂ ਤੁੱਕਾਂ ਹੀ ਬੋਲਾਂਗਾ, ਤੁਸੀਂ ਮੈਨੂੰ ਖੜ ਕੇ ਦਿਖਾ ਦਿਓ। ਚਾਹੇ ਬੋਤਲ ਸ਼ਰਾਬ ਦੀ ਰੱਖਣੀ ਨਾ, ਉਹ ਵੀ ਰੱਖ ਦਿਓ, ਬੋਤਲ ਚੱਕ ਕੇ ਦਿਖਾ ਦਿਓ ਤੁਸੀਂ ਮੈਨੂੰ। ਆਪਾਂ ਸਮਝਦੇ ਕੀ ਆ। ਪਹਿਲੀ ਕੰਪਲੇਂਟ ਤੇ ਆਪਾਂ ਅੱਜ ਮੇਰੀ ਸੀ ਕਿ ਆਪਾਂ ਜਿਹੜਾ ਇਹਦਾ ਹਵਾਲਾ ਦਿੰਦੇ ਆ ਗੁਰਬਾਣੀ ਤੁੱਕਾਂ ਜਿੰਨੀ ਰਚਨਾਵਾਂ ਛਾਪਦੇ ਆ, ਇਹ ਸਾਨੂੰ ਅੰਗ ਲਿਖ ਕੇ ਹਵਾਲਾ ਦੇਣਾ ਪਏਗਾ, ਨਾ ਕਿ ਪੰਨਾ। ਇਹਦੇ ਸੰਬੰਧ 'ਚ ਜਦੋਂ ਤੁਸੀਂ ਜਥੇਦਾਰ ਜੀ ਨੂੰ ਮਿਲੇ, ਉਹਨਾਂ ਨੇ ਤੁਹਾਨੂੰ ਭਰੋਸਾ ਕੀ ਦਿੱਤਾ, ਕੁਝ ਕਾਰਵਾਈ ਕਰਨਗੇ? ਜਥੇਦਾਰ ਸਾਹਿਬ ਨੂੰ ਮੈਂ ਕਿਹਾ, ਹੁਣ ਜਥੇਦਾਰ ਸਾਹਿਬ ਕੀ ਕਰਨਾ, ਜਥੇਦਾਰ ਸਾਹਿਬ ਨੂੰ ਆਪ ਨਹੀਂ ਦਿਖਦਾ ਇਹ ਜਥੇਦਾਰ ਬਣੇ ਕਿੱਦਾਂ ਹੈਗੇ ਆ। ਜਥੇਦਾਰ ਨੂੰ ਪਤਾ, ਜਥੇਦਾਰ ਸਾਹਿਬ ਨੂੰ ਪਤਾ ਨਹੀਂ ਕਿ ਇਹ ਪੰਨਾ ਲਿਖਣ ਦੇ ਆ। ਇਹ ਮੈਂ ਦੱਸਣਾ ਆ ਕੇ ਤੁਹਾਨੂੰ, ਪੰਨਾ ਤੇ ਚੱਲਣ ਡਿਆ 100 ਸਾਲ ਤੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਨੂੰ 100 ਸਾਲ ਹੋ ਗਿਆ। ਆਪਾਂ 100 ਸਾਲ ਤੇ ਕਦੋਂ ਦਾ ਛਪਣ ਡਿਆ ਲਿਟਰੇਚਰ, ਜਦੋਂ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਏ ਆ। ਤੇ ਇਹ ਜਦੋਂ ਦੇ ਆਏ ਆ ਉਦੋਂ ਦੇ ਛਪਣ ਡਿਆ, ਉਦੋਂ ਦੇ ਪੰਨਾ ਚੱਲਣ ਡਿਆ। ਤੇ ਹੁਣ ਮੈਂ ਇਹ ਤੁਹਾਨੂੰ ਇਹ ਗੱਲ ਤੁਹਾਨੂੰ ਮੈਂ ਦੱਸਣੀ ਆ, ਇਹਨੂੰ ਟੋਟਲ ਇਮੀਡੀਏਟਲੀ ਸਟੋਪ ਕਰੋ। ਇਹ ਜਿਹੜੇ ਤੁਹਾਡੀ ਧਾਰਮਿਕ ਸੰਸਥਾ ਕੋਈ ਵੀ ਹੈਗੀ ਆ, ਉਹਨੂੰ ਕਿਹਾ ਇੱਥੇ ਅੰਗ ਲਿਖੋ। ਜਦ ਪ੍ਰਗਟ ਗੁਰਾਂ ਦੀ ਦੇਹ ਆ ਤੇ ਪ੍ਰਗਟ ਗੁਰਾਂ ਦੀ ਦੇਹ ਮੰਨੋ। ਇਹ ਜਵਾਨੀ ਕੰਮ ਨਹੀਂ ਚੱਲਣੇ। ਤੁਹਾਨੂੰ ਮੈਂ ਨੋਟਿਸ ਦੇਵਾਂਗਾ ਕੱਲੇ ਨੂੰ, ਇਹ ਤੁਹਾਨੂੰ ਮੈਂ ਦੱਸਣ ਡਿਆ। ਔਰ ਮੈਂ ਅੰਗ ਵਾਈਜ਼ ਇਹਨੂੰ ਅੰਗ ਲਿਖਾ ਕੇ ਰੱਖਾਂਗਾ, ਇਹਨੂੰ ਅੰਗ ਲਿਖਾ ਕੇ ਰਹਾਂਗਾ। ਇਹ ਤੁਹਾਨੂੰ ਮੈਂ ਦੱਸਣ ਡਿਆ। ਨਹੀਂ ਤਾਂ ਤੁਸੀਂ ਆਪਣਾ ਟੋਟਲ ਲਿਟਰੇਚਰ ਜਿਹੜਾ ਨਾ ਤੁਸੀਂ ਛਾਪਣਾ ਬੰਦ ਕਰ ਦੋਗੇ। ਇਹ ਵੀ ਤੁਹਾਨੂੰ ਮੈਂ ਦੱਸਣ ਡਿਆ। ਮੇਰੀ ਦੂਜੀ ਕੰਪਲੇਂਟ ਦੀ ਗੱਲ ਕਰ, ਦੂਜੀ ਕੰਪਲੇਂਟ ਆ ਜੀ, ਉਹ ਹੈਗੀ ਆ ਵਾਹਿਗੁਰੂ ਸਿਮਰਨ ਤੇ। ਇਹ ਵਾਹਿਗੁਰੂ ਸਿਮਰਨ ਤੇ ਮੈਂ ਨਾ ਇੱਕ RTI ਪਾਈ ਸੀ ਇਹ ਧਰਮ ਪ੍ਰਚਾਰ ਕਮੇਟੀ ਨੂੰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਧਰਮ ਪ੍ਰਚਾਰ ਇਹਨਾਂ ਦੀ ਸੰਸਥਾ ਹੀ ਆ। ਇਹਨਾਂ ਨੇ ਲਿਖਿਆ ਸੀ ਇੱਕ ਬਾਬਾ ਹੈਗਾ, ਇੱਕ ਬ੍ਰਹਮ ਰਿਸ਼ੀ ਕੁਮਾਰ ਸਵਾਮੀ, ਵਰਲਡ ਨੰਬਰ 1 ਰਿਲੀਜੀਅਸ ਫਿਗਰ ਹੈਗਾ, 50 ਕਰੋੜ ਦੇ ਸ਼ਰਧਾਲੂ। ਆਹ ਫੋਟੋ ਹੈਗੀ ਉਹਦੀ, ਆਹ ਫੋਟੋ ਉਹਦੇ ਮੈਗਜ਼ੀਨ ਪਈਆਂ, ਦੇਖ ਲਿਓ ਤੁਸੀਂ। ਇਹ ਬੰਦਾ ਲਾ ਦਾਂਗੇ ਅਸੀਂ, ਹਾਂਜੀ, ਇਹਦੇ 50 ਕਰੋੜ ਸ਼ਰਧਾਲੂ ਟੋਟਲ ਵਰਲਡ 'ਚ। ਇਹ ਬੰਦਾ ਜਿਹੜਾ ਹੈ ਗੁਰਬਾਣੀ ਨੂੰ ਡੋਮੀਨੇਟ ਕਰ ਰਿਹਾ, ਇਹ ਸਿੱਖ ਫਿਲੋਸਫੀ ਨੂੰ ਡੋਮੀਨੇਟ ਕਰ ਰਿਹਾ। ਇਹਨੇ ਕੀ ਲਿਖਿਆ ਆਪਣੇ ਰਸਾਲੇ ਦੇ ਵਿੱਚ, ਇਹਦਾ ਇੱਕ ਪ੍ਰਭੂ ਕਿਰਪਾ ਮੈਂ ਪੱਤਰਕਾ ਛਪਦੀ ਆ ਮੰਥਲੀ, 3 ਪੰਜਾਬੀ, ਹਿੰਦੀ, ਅੰਗਰੇਜ਼ੀ 3 ਲੈਂਗੁਏਜ ਛਪਦੀ ਹੈਗੀ। ਔਰ ਬੜੀ ਵਿਕਦੀ ਆ, ਕਰੋੜਾਂ 'ਚ ਪਤਾ ਨਹੀਂ ਕਿੰਨੇ ਕਰੋੜ ਛਪਦੀ ਆ। ਵਰਲਡ ਦੀ ਨੰਬਰ 1 ਸੈਲਿੰਗ ਇਹ ਜਿਹੜੀ ਮੈਗਜ਼ੀਨ ਹੈਗੀ ਹੈ। ਇਹ 'ਚ ਇਹਨੇ ਕੀ ਕਿਹਾ, ਇਹਨੇ ਕਿਹਾ ਕਿ ਜਿਹੜਾ ਵਾਹਿਗੁਰੂ ਸਿਮਰਨ ਹੈ ਉਹ 4 ਸ਼ਬਦਾਂ ਤੋਂ ਬਣਿਆ। ਵਾਹ ਤੋਂ ਮਤਲਬ ਵਾਸਦੇਵ, ਹਾ ਤੋਂ ਹਰੀ, ਰਾ ਤੋਂ ਰਾਮ, ਗਾ ਤੋਂ ਗੋਬਿੰਦ। ਔਰ ਇਹ ਜਿਹੜੀ ਆ ਇਹਦੀ ਬਨਾਵਟ ਹੈ, ਜਿੱਦਾਂ ਇਹ ਦੱਸਿਆ, ਵਾਹ ਤੋਂ ਵਾਸਦੇਵ, ਹਾ ਤੋਂ ਹਰੀ, ਰਾ ਤੋਂ ਰਾਗ, ਗਾ ਤੋਂ ਗੋਬਿੰਦ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ ਦਰਜ ਹੈ। ਅੱਛਾ, ਇਹ ਉਹਨਾਂ ਨੇ ਦਾਅਵਾ ਕੀਤਾ ਕਿ ਵਾਸੂਦੇਵ, ਰਾਮ ਤੇ ਗੋਬਿੰਦ ਇਸ ਇਦਾਂ ਵਾਹਿਗੁਰੂ ਸਿਮਰਨ ਜਿਹੜਾ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਤਰੀਕੇ ਨਾਲ ਦਰਜ ਮੈਗਜ਼ੀਨ ਦੇ ਵਿੱਚ। ਪਰ ਉਹ ਕਹਿੰਦੇ ਵੀ ਹੈਗੇ, ਮੇਰੇ ਕੋਲ ਵੀਡੀਓ ਵੀ ਹੈਗੀਆਂ ਉਹਦੀਆਂ, ਉਹ ਕਹਿ ਵੀ ਰਿਹਾ, ਅੱਜ ਦਾ ਨਹੀਂ ਕਹਿ ਰਿਹਾ। ਇਹ ਜਿਹੜਾ ਆਪਾਂ ਇਹਨੂੰ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦੇ ਵਿੱਚ ਦਰਜ ਨਹੀਂ ਹੈਗਾ। ਇਹ ਭਾਈ ਗੁਰਦਾਸ ਜੀ ਨੇ ਕਿਹਾ, ਪਰ ਉਹਨਾਂ ਨੇ ਹੋਰ ਤਰ੍ਹਾਂ ਕਿਹਾ। ਜੇ ਭਾਈ ਗੁਰਦਾਸ ਜੀ ਨੇ ਕਿਹਾ ਤੇ ਉਹ ਠੀਕ ਕਿਹਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਡੇ ਆ 1402 ਅੰਗ ਤੇ, ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ, ਵਾਹਿਗੁਰੂ 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 ਵਾਹਿ ਜਿਉ। ਇਹ ਸਤ ਸਾਚ ਹੈ, ਇਹ ਸ਼੍ਰੀ ਨਿਵਾਸ ਹੈ, ਸਭ ਤੋਂ ਵੱਡਾ ਨਿਵਾਸ ਇਹਦਾ। ਆਦ ਪੁਰਖ, ਆਦ ਤੋਂ ਹੈ, ਆਦ ਪੁਰਖ ਹੈ ਇਹ, ਸਮਝੇ ਤੁਸੀਂ। ਇਹਨੂੰ ਕਹਿਣ ਦਿਓ ਹਾ ਤੋਂ ਹਰੀ, ਰਾ ਤੋਂ ਰਾਮ, ਗਾ ਤੋਂ ਗੋਬਿੰਦ। ਇਹ ਜੀ ਇਹਦੇ 'ਚ 4 ਯੁਗਾਂ ਦੀ ਸ਼ਕਤੀ ਹੈ। 4 ਯੁਗਾਂ ਦੀ ਸ਼ਕਤੀ ਕਿੱਦਾਂ ਬਣੀ 4 ਯੁਗਾਂ ਦੀ ਸ਼ਕਤੀ? ਇਹ ਬਾਬਾ ਜੀ ਉਹ 3 ਯੁੱਗ ਤਾਂ ਖਤਮ ਹੋ ਗਏ। ਇਹਦਾ ਮਤਲਬ ਵਾਹਿਗੁਰੂ ਮਰ ਗਿਆ? ਤੁਹਾਨੂੰ ਸਮਝ ਨਹੀਂ ਆਉਂਦੀ। ਆਪਾਂ ਆਪਣੀ ਇਹ ਹਿੰਦੂ ਟੱਚ ਹੈ, ਇਹ ਕਹਿੰਦੇ ਜੀ ਇਹ RSS ਫਿਲੋਸਫੀ ਬੇਸਡ ਹੈ, ਤੁਹਾਨੂੰ ਸਮਝ ਨਹੀਂ ਆਉਂਦੀ। ਫਿਰ ਤੁਸੀਂ ਕਹਿੰਦੇ ਹੋ ਜੀ ਅਸੀਂ ਉੱਥੇ ਧਰਨਾ ਲਾਣਾ, ਅਸੀਂ ਆਹ ਕਰਨਾ। ਜਦੋਂ ਤੁਹਾਨੂੰ ਅਸੀਂ ਗੱਲ ਸਮਝਾਉਣ ਡਿਆ, ਵੀ ਤੁਹਾਨੂੰ ਕਹਿ ਰਿਹਾ, ਤੁਹਾਡੀ ਬੇਨਤੀ ਕਰਨ ਡਿਆ ਕਿ ਇਹ ਲਿਖਿਆ ਨਹੀਂ, ਆਪਾਂ ਉਹਨੂੰ ਪੁੱਛ ਨਹੀਂ ਸਕਦੇ, ਆਪਾਂ ਕੋਰਟ 'ਚ ਨਹੀਂ ਜਾ ਸਕਦੇ, ਆਪਾਂ ਕੋਈ
ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ, ਪਰ ਗੁਰੂ ਵਾਕ, ਜਿਹੜੇ ਗੁਰੂ ਵਾਕ ਨੂੰ ਛੇੜੇਗਾ ਉਹਦਾ ਇਲਾਜ ਇਦਾਂ ਦਾ ਕਰਾਂਗੇ, ਲੀਗਲੀ ਕਰਾਂਗਾ, ਲੀਗਲੀ ਕਾਨੂੰਨੀ ਤੌਰ। ਦੇਸ਼ 'ਚ ਕਾਨੂੰਨ ਬਣਿਆ, ਦੇਸ਼ ਆਜ਼ਾਦ, ਦੇਸ਼ 'ਚ ਕਾਨੂੰਨ ਹੈ। ਉਹ ਮੇਰੇ ਮਗਰ ਮੈਂ ਚੱਲਣਾ ਲੀਗਲੀ, ਮੇਰਾ ਜਿਹੜਾ ਟੋਟਲ ਐਕਟੀਵਿਟੀ ਆ ਲੀਗਲ ਪ੍ਰੋਸੀਡਿੰਗ ਆ। ਦੇਸ਼ 'ਚ ਕਾਨੂੰਨ ਹੈ, ਮੈਂ ਕਾਨੂੰਨ ਦੇ ਥੱਲੇ ਲੈ ਕੇ ਆਵਾਂਗਾ। ਕਿਉਂਕਿ ਜਦ ਸੁਪਰੀਮ ਕੋਰਟ ਵੀ ਇੰਡੀਆ ਕਹਿ ਰਿਹਾ ਕਿ ਜਰਸਟਿਕ ਪਰਸਨ ਆ, ਲਿਵਿੰਗ ਗੁਰੂ ਹੈ, ਮੈਂ ਉੱਥੇ ਲੈ ਜਾਵਾਂਗਾ। ਉੱਥੋਂ ਝਾੜ ਪਊਗੀ ਤੁਹਾਨੂੰ ਸਾਰਿਆਂ ਨੂੰ ਕਿ ਜਦੋਂ ਲਿਵਿੰਗ ਗੁਰੂ ਮੈਂ ਕਹਿ ਦਿੱਤਾ, ਆਪਣਾ ਡਿਸੀਜਨ ਦੇਤਾ, ਤੁਹਾਨੂੰ ਸਮਝ ਨਹੀਂ ਆਉਂਦਾ, ਤੁਹਾਨੂੰ ਬਾਰ-ਬਾਰ ਦੱਸਣਾ ਪਏਗਾ। ਇਹ ਫੇਕ ਹੈ ਜੋ ਇਹਨੇ ਦੱਸਿਆ। ਅਤੇ ਗਿਆਨੀ ਜੀ ਨੇ ਕਿਹਾ, ਗਿਆਨੀ ਹਰਪ੍ਰੀਤ ਜੀ ਨੇ, ਕਿ ਮੈਂ ਇਹਨੂੰ ਦੇਖਾਂਗਾ। ਔਰ ਮੈਂ ਕਿਹਾ ਇਹ ਬਾਬਾ ਜਿਹੜਾ ਆ ਬ੍ਰਹਮ ਰਿਸ਼ੀ ਕੁਮਾਰ ਸੁਆਮੀ, ਇਹਨੂੰ ਇਮੀਡੀਏਟ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕਰੋ। ਇਹ ਮੋਨਾ ਸਿੱਖ ਮੇਰਾ ਪ੍ਰਸ਼ਨ ਨਹੀਂ ਆ, ਇਹਦੀ ਘਰ ਵਾਲੀ ਸਿੱਖਾਂ ਦੀ ਕੁੜੀ ਆ, ਇਹਦੀ ਘਰ ਵਾਲੀ ਨੂੰ ਬੁਲਾ ਲਓ। ਮੈਨੂੰ ਕਹਿ ਦਿੰਦੇ ਜੀ ਉਹ ਬੰਦਾ ਮੋਨਾ ਤੇ ਬਾਬਾ ਜੀ ਉਹ ਜੋ ਮਰਜ਼ੀ ਲਿਖੀ ਜਾਏ, ਤੁਸੀਂ ਦਾਣੇ ਚੱਪਣ ਆਏ ਆ, ਤੁਹਾਨੂੰ ਸਮਝ ਨਹੀਂ ਲੱਗਦੀ ਗੱਲ। ਜਦ ਉਹ ਬਾਣੀ 'ਤੇ ਹੀ, ਗੁਰਬਾਣੀ 'ਤੇ ਹੀ ਉਹ ਉਲਟ ਪੁਲਟ ਬੋਲਦੇ ਆ, ਫਿਰ ਤੁਸੀਂ ਕਹਿੰਦੇ ਜੀ ਸਾਨੂੰ ਉਹ ਤਾਂ ਜੀ ਫਲਾਨਾ ਆ, ਉਹ ਜੀ ਇਹ RSS ਦਾ ਬੰਦਾ, ਇੱਦਾਂ ਨਹੀਂ ਚੱਲਣਾ ਕੰਮ। ਮੈਂ ਜੋ ਕਹਿ ਰਿਹਾ ਉਹ ਧਿਆਨ ਨਾਲ ਸੁਣ ਲਓ। ਜਥੇਦਾਰ ਸਾਹਿਬ ਨੇ ਕਿਹਾ ਕਿ ਇਹਨੂੰ ਆਪਾਂ ਇਹਨੂੰ ਬੁਲਾਵਾਂਗੇ। ਹੁਣ ਉਹ ਨਹੀਂ ਬੁਲਾਉਂਦੇ, ਸੰਗਤ ਦੀ ਜ਼ਿੰਮੇਵਾਰੀ ਆ ਕਿ ਜਥੇਦਾਰ ਸਾਹਿਬ ਕੁਰਸੀ ਛੱਡ ਦਿਓ, ਨਹੀਂ ਤਾਂ ਜੇ ਉਹਨੂੰ ਨਹੀਂ ਬੁਲਾ ਸਕਦੇ ਕੁਰਸੀ ਛੱਡੋ, ਕੁਰਸੀ ਉਹਨੂੰ ਦਿਓ ਜਿਹੜਾ ਬਾਣੀ ਪੜ੍ਹਦਾ, ਜਿਹਦੇ 'ਚ ਵਾਕ 'ਚ ਸ਼ਕਤੀ ਆ। ਹੁਣ ਮੈਂ ਤੁਹਾਨੂੰ ਆਪਣਾ ਨਹੀਂ ਕਹਿਣ ਡਿਆ, ਤੁਸੀਂ ਵੇਖ ਲਓ ਕੌਣ ਯੋਗ। ਤੁਸੀਂ ਜੇ ਮੈਨੂੰ ਬਣਾ ਦੋਗੇ ਜਥੇਦਾਰ ਕਰਦਾ ਤਾਂ 2 ਮਹੀਨਿਆਂ 'ਚ ਤੁਹਾਡਾ ਸਾਰਾ ਕੰਮ ਕਰ ਦਾਂਗਾ। ਮੈਂ ਚੱਲ ਜਾਣਾ ਜੰਗਲ 'ਚ, ਮੈਂ ਤੁਹਾਡੇ ਨਾਲ ਰਹਿਣਾ ਨਹੀਂ ਹੈਗਾ। ਮੈਂ ਤੁਹਾਡੇ ਤੋਂ ਇੰਨਾ ਤੰਗ ਆ, ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਕਿਉਂਕਿ ਤੁਸੀਂ ਮੇਰਾ ਸੋਚਿਆ ਕਦੇ ਕੁਛ ਨਹੀਂ, ਮੇਰੇ ਨਾਲ ਚੱਲੇ ਨਹੀਂ, ਤੁਸੀਂ ਮੇਰੇ ਕੇਸਾਂ ਦੀ ਗਵਾਹੀ ਨਹੀਂ ਦਿੱਤੀ ਹੈ। ਆਹ ਜਿਹੜੀ 438 ਨੰਬਰ ਕੰਪਲੇਂਟ ਆ, ਇਹਦੇ 'ਤੇ ਉਹ ਵਾਹਿਗੁਰੂ ਸਿਮਰਨ ਦੀ ਆ, ਇਹਦਾ ਫੇਕ ਹੈ। ਇਹ ਇੱਦਾਂ ਨਹੀਂ ਹੈਗਾ। ਉਹ ਸਤ ਸਾਤ ਸ਼੍ਰੀ ਨਿਵਾਸ ਆਦਿਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿਜੀਓ, ਉਹ ਇੱਦਾਂ ਹੈਗਾ। ਉਹ ਉਸ ਕਰਕੇ ਹੁਣ ਇੱਦਾਂ ਸਮਝਿਆ ਜਾਏ ਇਹ ਹਿੰਦੂ ਟੱਚ ਆ। ਇਹ ਬਾਬਾ ਜੀ ਇੱਦਾਂ ਕੰਮ ਨਹੀਂ ਚੱਲਣਾ। ਅਗਲੀ ਗੱਲ ਕਰਦੇ ਆਪਾਂ। ਇਹ ਮੈਂ ਨਾ ਸ਼੍ਰੋਮਣੀ ਕਮੇਟੀ ਨੂੰ ਇਹ RTI ਵੀ ਪਾਈ ਸੀ 10/7/2015 ਨੂੰ ਕਿ ਦੱਸੋ ਬਾਬਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਲਿਖਿਆ। ਇਹਦਾ ਜਵਾਬ ਆਇਆ ਫਿਰ 2015 ਤੋਂ 21 ਹੋ ਗਿਆ। ਜਵਾਬ ਕੀ ਦੇਣਾ ਇਹਨਾਂ ਨੇ? ਜਵਾਬ ਇਹ ਡਰੀ ਜਾਂਦੇ ਆ, ਇਹ ਡਰੀ ਜਾਂਦੇ ਕਿ ਸਾਡੇ ਕਾਗਜ਼ ਜਿਹੜੇ ਕੋਰਟ 'ਚ ਲਾ ਦਿੰਦੇ ਆ। ਜੇ ਕੋਰਟ 'ਚ ਕਾਗਜ਼ ਨਾ ਲਈਏ ਕੀ ਕਰੀਏ? ਜਾਂ ਤੁਸੀਂ ਕੁਝ ਫੈਸਲਾ ਹੀ ਨਹੀਂ ਲੈਣਾ ਤੇ ਫਿਰ ਆਪਾਂ ਕਿਹਦੇ ਕੋਲ ਜਾਈਏ? ਆਪਾਂ ਕਿੱਥੇ ਜਾਣਾ ਹੈਗਾ? ਕੋਰਟ 'ਚ ਹੀ ਜਾਣਾ ਨਾ। ਫਿਰ ਇਹ ਸ਼੍ਰੋਮਣੀ ਕਮੇਟੀ ਫਿਰ ਸ਼ਾਇਦ ਇਸ ਕਰਕੇ ਨਹੀਂ ਨਾ ਕਹਿੰਦੀ, ਜਿਵੇਂ ਤੁਹਾਡੇ ਕੋਲ ਇੱਕ ਬਿਆਨ ਵੀ ਕੱਟਿਆ ਪਿਆ ਵੀ ਬਾਦਲ ਸਾਹਿਬ ਕਹਿ ਰਹੇ ਨੇ ਕਿ ਕੁਮਾਰ ਸੁਆਮੀ 'ਚ ਪ੍ਰਮਾਤਮਾ ਦੀ ਸ਼ਕਤੀ ਆ। ਇਹਦੇ 'ਚ ਲਿਖਿਆ ਇਹਨੇ ਕਿ ਫਿਰ ਆਪ ਹੀ ਪ੍ਰਮਾਤਮਾ ਤੇ ਸ਼੍ਰੋਮਣੀ ਕਮੇਟੀ ਉਹਦੇ ਖਿਲਾਫ ਕਿਵੇਂ ਜਾ ਸਕਦੀ ਆ? ਹਾਂਜੀ ਹਾਂਜੀ, ਆਪਾਂ ਬਾਦਲਾਂ ਤੋਂ ਛੋਲੇ ਲੈਣੇ ਆ। ਆਪਾਂ ਇਹ ਸਮਝੀਏ ਕਿ ਇਹ ਕਹਿਣ ਕੀ ਡੇ ਆ। ਆਪਾਂ ਜਿਹੜਾ ਆ ਇਹ ਪ੍ਰਕਾਸ਼ ਸਿੰਘ ਬਾਦਲ ਜੀ ਕਹਿ ਰਹੇ ਆ ਕਿ ਇਹ ਗੁਰਦੇਵ ਮੇ ਪਰਮਾਤਮਾ ਕੀ ਸ਼ਕਤੀ। ਉਹ ਕਾਗਜ਼ ਤੁਹਾਨੂੰ ਮੈਂ ਦਿਖਾ ਦਿੰਦਾ ਦੁਬਾਰਾ, ਉਹ ਥੋੜਾ ਅੱਗੇ ਪਿੱਛੇ ਹੋ ਗਿਆ ਤੇ ਕੋਈ ਨਹੀਂ, ਬਾਅਦ ਕੋਈ ਗੱਲ ਨਹੀਂ, ਦੱਸ ਦਿੰਦਾ ਮੈਂ, ਸਕਰੀਨ ਤੇ ਦਿਖਾ ਦਾਂਗੇ। ਹਾਂਜੀ। ਉਸ ਤੋਂ ਬਾਅਦ ਆ ਜਿਹੜੀ ਮੇਰੀ ਆ 438 ਦੂਜੀ ਕੰਪਲੇਂਟ, ਤੀਜੀ ਕੰਪਲੇਂਟ, ਇਹ ਵੀ ਇਹ ਕੁਮਾਰ ਸੁਆਮੀ ਆ। ਇਹਦਾ ਵਿਸ਼ਾ ਸੀ ਭਗਵਾਨ ਸ਼੍ਰੀ ਲక్ష్ਮਣ ਨਾਰਾਇਣ ਧਾਮ ਦੇ ਫਾਊਂਡਰ ਬ੍ਰਹਮ ਰਿਸ਼ੀ ਕੁਮਾਰ ਸੁਆਮੀ ਜੀ ਵੱਲੋਂ ਸਿੱਖ ਪੰਥ ਅਤੇ ਗੁਰਮਤਿ ਰਿਆਤ ਮਰਿਆਦਾ ਵਿੱਚ ਪਾਏ ਗਏ ਭਰਮ ਭੁਲੇਖੇ ਵਿਰੁੱਧ ਲਿਖਤੀ ਸ਼ਿਕਾਇਤ। ਇਹਨੇ ਕੀ ਕੀਤਾ? ਇਹਨੇ 3 ਨਵੰਬਰ 2019 ਨੂੰ ਪੰਜਾਬੀ ਜਗਬਾਣੀ ਅਖਬਾਰ ਦੇ ਵਿੱਚ ਇਹਨੇ ਆਪਣੀ ਐਡ ਕੱਢੀ। ਉਹਦੇ ਵਿੱਚ ਇਹ ਲਿਖਿਆ, ਵਿਸ਼ੇ ਤੋਂ ਅੱਗੇ ਬੇਨਤੀ ਇਹ ਹੈ ਕਿ ਉਪਰੋਕਤ ਸਾਧੂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ ਮੈਂ ਹੀ ਏਕ ਓਂਕਾਰ ਅਕਾਲ ਪੁਰਖ ਪਰਮ ਪਿਤਾ ਪਰਮਾਤਮਾ ਹਾਂ, ਮੈਂ ਹੀ ਏਕਾ ਮਾਈ ਹਾਂ। ਮੈਂ ਇਸ ਪਾਠ ਨਾਲ ਹੀ ਬ੍ਰਹਮਾ ਵਿਸ਼ਨੂੰ ਮਹੇਸ਼ ਅਤੇ ਸਾਰੇ ਗੁਰੂਆਂ ਨੂੰ ਉਤਪੰਨ ਕੀਤਾ ਹੈ। ਉਤਪੰਨ ਮੈਨੇ ਪੈਦਾ ਕੀਤਾ ਹੈ। ਇਸ ਪਾਠ ਨਾਲ ਹੀ ਮੈਂ ਸਾਰਾ ਸੰਸਾਰ, ਔਰਤ ਮਰਦ, ਧਰਤੀ ਚੰਦਰਮਾ ਅਤੇ ਤਾਰੇ ਬਣਾਏ ਹਨ। ਇਹ ਦਾਅਵਾ ਇਹਨਾਂ ਵੱਲੋਂ 3 ਨਵੰਬਰ 2019 ਪੰਜਾਬੀ ਅਖਬਾਰ ਜਿਹੜੀ ਆ ਜਗਬਾਣੀ ਦੇ ਵਿੱਚ ਆਇਆ। ਹੁਣ ਇਹਦਾ ਮਤਲਬ ਕੀ ਬਣਿਆ ਕਿ ਮੈਂ ਹੀ ਸਾਰੇ ਗੁਰੂਆਂ ਨੂੰ ਉਤਪੰਨ ਕੀਤਾ? ਇਹ ਆ ਕਿ ਸਭ ਕੁਝ ਮੈਂ ਹੀ ਆ, ਬਾਕੀ ਸਭ ਇਦਾਂ ਹੀ ਆ। ਗੱਲ ਸਮਝੇ ਕਰੋ। ਕੁਮਾਰ ਸੁਆਮੀ ਆਪਣੇ ਆਪ ਨੂੰ ਕਹਿ ਰਿਹਾ, ਇਹ ਹੁਣ ਤੁਹਾਡੇ ਸਾਹਮਣੇ ਕਹਿ ਰਿਹਾ ਮੈਂ ਹੀ ਸਭ ਕੁਝ। ਇਹਦਾ ਮਤਲਬ ਕੀ ਹੋਇਆ? ਮੈਂ ਥੋੜਾ ਕਹਿ ਰਿਹਾ, ਇਹ ਤਾਂ ਉਹ ਕਹਿ ਰਿਹਾ। ਇਹਦਾ ਮਤਲਬ ਉਹੀ ਆ ਉਹਦਾ ਹੈਗਾ 3 ਨਵੰਬਰ 2019 ਦੀ। ਦਰਸ਼ਕਾਂ ਨੂੰ ਦਿਖਾ ਇਹ ਤੁਹਾਨੂੰ ਕਲਰ ਵੀ ਮਿਲ ਜੇਗੀ, ਇਹ ਤੁਹਾਨੂੰ ਦੂਜੀ ਵੀ ਦਿਖਾ ਦਾਂਗੇ। ਅੱਛਾ, ਉਸ ਤੋਂ ਬਾਅਦ ਕੀ ਹੋਇਆ? ਇਹਦਾ ਥੋੜ੍ਹਾ ਜਿਹਾ ਰੌਲਾ ਪਿਆ। ਇਹ ਮੈਂ ਬਲਵੀਰ ਸਿੰਘ ਮੁਸ਼ਲ ਜੀ ਨੂੰ ਕਿਹਾ, ਮੈਂ ਕਿਹਾ ਬਾਬਾ ਜੀ ਆਪਾਂ ਧਰਮ ਪ੍ਰਚਾਰ ਕਮੇਟੀ ਦੇ, ਸਤਿਕਾਰ ਕਮੇਟੀ ਦੇ ਨੁਮਾਇੰਦੇ ਆ, ਆਪਾਂ ਕੁਛ ਕਰੀਏ। ਉਹਨਾਂ ਨੇ ਥੋੜ੍ਹੀ ਬਹੁਤੀ ਹਿਲਜੁਲ ਕੀਤੀ, ਪਰ ਮੈਨੂੰ ਪਸੰਦ ਨਹੀਂ ਆਇਆ ਕੰਮ ਉਹਨਾਂ ਦਾ। ਉਹ ਮਤਲਬ ਕਿ ਇੱਦਾਂ ਆ ਜਿਹੜੀ ਸੀ
ਉਹਨਾਂ ਨੇ ਨਾ ਇਹ ਬਲਦੇਵ ਰਾਓ ਚਾਵਲਾ ਹੈਗਾ ਇੱਕ ਭਾਰਤੀ ਜਨਤਾ ਪਾਰਟੀ ਦਾ, ਉਹਨੂੰ ਲੈ ਕੇ ਇਹਨਾਂ ਨੇ ਗੋਬਿੰਦਵਾਲ ਕੋਲੋਂ ਮਾਫੀ ਮੰਗ ਲਈ। ਇੱਥੇ ਇਹ ਧਿਆਨਯੋਗ ਤੁਹਾਨੂੰ ਮੈਂ ਇੱਕ ਗੱਲ ਦੱਸਦਾ, ਇਹ 2012 'ਚ ਵੀ ਇਹਦੀਆਂ ਵਿੱਚ 6 ਕੰਪਲੇਂਟਾਂ ਲਾਈਆਂ ਸੀ, 2012 'ਚ ਵੀ ਇਹਨੇ ਮਾਫੀ ਮੰਗੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ, ਉਹਦੀ ਮੇਰੇ ਕੋਲ ਕਾਪੀ ਪਈ ਆ। ਹੁਣ ਜਦੋਂ ਦੇਖਿਆ ਕਿ ਪਹਿਲਾਂ ਅਸੀਂ ਮਾਫੀ ਮੰਗ ਲਈ ਅਕਾਲ ਤਖਤ ਤੇ ਹੁਣ ਉੱਧਰ ਗਏ ਤੇ ਆਪਣਾ ਭੰਡਾ ਫੁੱਟ ਜਾਣਾ ਆ, ਤੇ ਉਹ ਝੂਠ ਦਾ ਭੰਡਾ ਜਿਹੜਾ ਭਾਂਡਾ ਫੁੱਟ ਜਾਣਾ, ਉਹ ਹੁਣ ਇਹਨਾਂ ਨੇ ਲੋਂਗੋਵਾਲ ਕੋ ਜਿਹੜੇ ਪ੍ਰਧਾਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਉਹਨਾਂ ਕੋਲ ਮਾਫੀ ਮੰਗ ਲਈ। ਤੇ ਬਾਬਾ ਜੀ ਇਹ ਮਾਫੀ ਇੱਦਾਂ ਥੋੜ੍ਹਾ ਹੋਣੀ, ਤੁਸੀਂ ਲਿਖਿਆ ਕੀ ਆ, ਇਹਦੀ ਕੋਈ ਮਾਫੀ ਨਹੀਂ ਆ, ਇਹਦੇ 'ਤੇ ਲੀਗਲ ਪ੍ਰੋਸੀਡਿੰਗ ਜੋ ਬਣੇਗੀ ਉਹ ਮੈਂ ਕਰਾਂਗਾ। ਉਸ ਤੋਂ ਇਲਾਵਾ ਇੱਕ ਜਿਹੜਾ ਹੈਗਾ ਕੰਪਲੇਂਟ ਇਹਦੇ ਨਾਲ ਹੈਗੀ ਆ, ਇਹ ਮੈਂ ਕੰਪਲੇਂਟ ਜਿਹੜੀ ਆ ਵਾਹਿਗੁਰੂ ਸਿਮਰਨ ਵਾਲੀ ਇਹ ਧਰਮ ਪ੍ਰਚਾਰ ਕਮੇਟੀ ਨੂੰ ਵੀ ਦਿੱਤੀ ਆ। ਇੱਕ ਕੰਪਲੇਂਟ ਇੱਕ ਜਥੇਦਾਰ ਸਾਹਿਬ ਨੂੰ ਦਿੱਤੀ, ਇੱਕ ਧਰਮ ਪ੍ਰਚਾਰ ਕਮੇਟੀ ਨੂੰ ਦਿੱਤੀ। ਇੱਕ ਜਿਹੜੀ ਆ ਇਹ ਕੰਪਲੇਂਟ ਆ 474, ਇਹਦੇ ਵਿੱਚ ਲਿਖਿਆ ਇਹ ਬੀਬੀ ਜਗੀਰ ਕੌਰ ਜੀ ਜਿਹੜੇ ਹੈਗੇ ਆ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਉਹਨਾਂ ਦੇ ਬਾਰੇ ਆ। ਉਹਨਾਂ ਇਹਦਾ ਵਿਸ਼ਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਵਿਰੁੱਧ ਗੁਰਮਤਿ ਰਹਿਤ ਮਰਿਆਦਾ ਨੂੰ ਭੰਗ ਕਰਨ ਦੀ ਸ਼ਿਕਾਇਤ। ਇਹ ਕੀ ਆ, ਬੇਨਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਆਗੂ ਅਤੇ ਪ੍ਰਧਾਨ ਜਗੀਰ ਕੌਰ ਜੀ ਵੱਲੋਂ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦਾ ਸਰਲੇਖ ਇਹ ਸੀ, ਤੁਹਾਨੂੰ ਵੀਡੀਓ ਦੱਸ ਦਾਂਗੇ। ਉਹ ਸ਼ਬਦ ਗੁਰੂ ਦੀ ਬੇਅਦਬੀ ਨਹੀਂ ਹੋ ਸਕਦੀ, ਬੀਬੀ ਜਗੀਰ ਕੌਰ ਦਾ ਵੱਡਾ ਬਿਆਨ। ਇਹ ਵੀਡੀਓ 18 ਮਿੰਟ 20 ਸੈਕਿੰਡ ਦੀ ਹੈ। ਇਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬੀਬੀ ਜੀ ਵੱਲੋਂ 8 ਵਾਰੀ ਹਵਾਲਾ ਦਿੱਤਾ ਗਿਆ, ਪਰ ਹਰ ਵਾਰੀ ਲਫ਼ਜ਼ ਗੁਰੂ ਗ੍ਰੰਥ ਸਾਹਿਬ ਜੀ ਵਰਤਿਆ ਗਿਆ, ਜਦ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸਗੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਇਹ ਬਾਬਾ ਜੀ ਸ਼੍ਰੀ ਲਾਣਾ ਹੀ ਪੈਣਾ, ਉਹ ਸ਼੍ਰੀ ਲਿਖਿਆ, ਜੇ ਤੁਸੀਂ ਨਹੀਂ ਬੋਲਣਾ ਤਾਂ ਫਿਰ ਹਟਾ ਦਿਓ, ਜੇ ਤੁਹਾਡੇ 'ਚ ਇੰਨੀ ਤਾਕਤ ਹੈ ਫਿਰ ਸ਼੍ਰੀ ਹਟਾ ਦਿਓ। ਫਿਰ ਤੁਹਾਨੂੰ ਦੱਸ ਦਾਂਗੇ ਕਿੱਦਾਂ ਲਿਖੀਦਾ ਦੁਬਾਰਾ, ਉਹ ਜੋ ਲਿਖਿਆ ਗਿਆ ਉਹ ਲਿਖਿਆ ਗਿਆ, ਉਹ ਹਟੇਗਾ ਨਹੀਂ, ਉਹ ਉੱਦਾਂ ਹੀ ਬੋਲਣਾ ਪਏਗਾ ਤੁਹਾਨੂੰ। ਇਹਨਾਂ ਨੇ 8 ਵਾਰੀ ਹਵਾਲਾ ਦਿੱਤਾ, ਹਰ ਵਾਰੀ ਲਫ਼ਜ਼ ਗੁਰੂ ਗ੍ਰੰਥ ਸਾਹਿਬ ਜੀ ਵਰਤਿਆ, ਜਦ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸਗੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਬੀਬੀ ਜੀ ਵੱਲੋਂ ਸ਼੍ਰੀ ਸ਼ਬਦ ਨਾ ਲਾ ਕੇ ਇਸ ਦਾ ਅਦਬ ਸਤਿਕਾਰ ਘਟਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਬੀਬੀ ਜੀ ਵੱਲੋਂ ਇੱਕ ਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪੱਤਰੇ ਕਿਹਾ ਗਿਆ, ਪੱਤਰਾ ਮਤਲਬ ਵਰਕਾ, ਪੱਤਰੇ ਕਿਹਾ, ਅਤੇ 5 ਵਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਪੰਨਾ ਕਹਿ ਕੇ ਦੱਸਿਆ ਗਿਆ। ਉਹ ਜਿਹੜੀ ਬਰਗਾੜੀ ਦੇ ਵਿੱਚ ਗੁਰੂ ਸਾਹਿਬ ਦੇ ਸਰੂਪ ਦੀ ਬੇਅਦਬੀ ਹੋਈ ਸੀ, ਉਹਦੇ ਵਿੱਚ ਇਹ ਬੋਲੇ ਸੀ, ਉਹਨਾਂ ਨੇ ਕਿਹਾ ਪੰਨਾ, 5 ਵਾਰੀ ਪੰਨਾ ਕਿਹਾ, ਜੋ ਕਿ ਗੁਰਮਤਿ ਰਹਿਤ ਮਰਿਆਦਾ ਦੇ ਉਲਟ ਹੈ। ਹੁਣ ਜਦੋਂ ਧਾਰਮਿਕ ਆਗੂ ਤੁਹਾਡੀ ਸਿਰਮੌਰ ਸੰਸਥਾ ਪ੍ਰਧਾਨ ਹੀ ਕਹਿਣ ਡਿਆ ਕਿ ਇਹ ਪੰਨੇ ਹੈਗੇ, ਇਹ ਵਰਕੇ ਆ, ਤੇ ਆਪਾਂ ਦੋਹਰਾ ਰੋਜ਼ ਪੜ੍ਹਦੇ ਪ੍ਰਗਟ ਗੁਰਾਂ ਦੀ ਦੇਹ ਆ, ਤੇ ਬੀਬੀ ਜੀ ਸਿੱਧ ਕੀ ਕਰਨਾ ਚਾਹੁੰਦੇ ਆ? ਬੀਬੀ ਜੀ ਆਪਣਾ ਬੋਰੀਆ ਬਿਸਤਰਾ ਚੱਕੋ ਤੇ ਘਰ ਜਾਓ, ਤੁਸੀਂ ਇਹਦੇ ਕਾਬਲ ਨਹੀਂ ਹੈਗੇ। ਆਪਾਂ ਗੱਲ ਸਮਝੀਏ, ਆਪਾਂ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕੋਈ ਗੱਲ ਬੋਲਣੀ ਆ, ਇਹਨਾਂ ਨੇ ਇਹ ਵੀ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਫਰਕ ਹੀ ਨਹੀਂ ਪੈਂਦਾ, ਕੋਈ ਜਿੰਨੇ ਮਰਜ਼ੀ ਗਾਲਾਂ ਕੱਢੀ ਜਾਏ। ਇਹਦਾ ਕੀ ਮਤਲਬ ਹੋਇਆ? ਤੁਸੀਂ ਜਦ ਕਹਿੰਦੇ ਹੋ ਇਹਨੂੰ ਕੋਈ ਫਰਕ ਨਹੀਂ ਪੈਂਦਾ, ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਤੁਸੀਂ ਸਾਰਿਆਂ ਨੂੰ ਖੁੱਲ੍ਹੀ ਛੋਟ ਦੇਤੀ। ਦੇਖੋ, ਆਮ ਤੌਰ ਦੇ ਉੱਤੇ ਇੱਕ ਬੇਅਦਬੀ ਸ਼ਬਦ ਕਹਿ ਕੇ ਲੋਕਾਂ ਨੇ ਇੰਨਾ ਕੁ ਪ੍ਰਚਲਿਤ ਕਰਤਾ ਕਿ ਕੋਈ ਵੀ ਗੱਲ ਹੋਵੇ ਉੱਥੇ ਗੁਰੂ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਚੱਲ ਪੈਂਦੀ ਹੈ। ਗੁਰੂ ਸਾਹਿਬ ਜੀ ਜਗਤ ਜੋਤ ਹਨ, ਸ਼ਬਦ ਗੁਰੂ ਹੈ, ਗਿਆਨ ਗੁਰੂ ਹੈ, ਉਹ ਇੱਕ ਚਾਨਣ ਮਨਾਰੇ ਹਨ। ਉਹਨਾਂ ਨੂੰ ਕੋਈ ਫਰਕ ਨਹੀਂ ਅਸੀਂ ਗਾਲਾਂ ਕੱਢੀ ਜਾਈਏ, ਅਸੀਂ ਉਹਦਾ ਅਪਮਾਨ ਕਰੀ ਜਾਈਏ, ਅਸੀਂ ਜੋ ਮਰਜ਼ੀ ਕਰੀ ਜਾਈਏ। ਇਹਦੇ 'ਚ ਸਾਡੀ ਮਾਨਸਿਕਤਾ ਜਿਹੜੀ ਹੈ ਉਹ ਕਮਜ਼ੋਰ ਨਜ਼ਰ ਆਉਂਦੀ ਹੈ, ਬਿਮਾਰ ਨਜ਼ਰ ਆਉਂਦੀ। ਉਸ ਤੋਂ ਇਲਾਵਾ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਇਹ ਸਤਿਕਾਰ ਤਾਂ ਘਟਾ ਹੀ ਰਹੇ ਆ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਬੀਬੀ ਜੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੁਕ ਨੂੰ ਆਪਣੇ ਹਿਸਾਬ ਨਾਲ ਉਚਾਰਨ ਕਰਕੇ ਦੱਸਿਆ। ਇਹ ਵੀਡੀਓ 5 ਮਿੰਟ ਇਹ ਵੀਡੀਓ ਹੈ ਜਦੋਂ ਸਿੱਧੂ ਸ਼੍ਰੀ ਦਰਬਾਰ ਸਾਹਿਬ ਜੀ ਨਵਜੋਤ ਸਿੱਧੂ ਸ਼ਕਤੀ ਪ੍ਰਦਰਸ਼ਨ ਤੇ ਵਰੀ ਬੀਬੀ ਜਗੀਰ ਕੌਰ, ਇਹ ਗੁਰਬਾਣੀ ਤੁਕ ਇੱਦਾਂ ਹੀ ਬੀਬੀ ਜੀ ਨੇ ਉਚਾਰਨ ਇੱਦਾਂ ਕੀਤੀ, ਇੱਕ ਭਉ ਲੱਥਾ ਨਾਤਿਆਂ, 2 ਭਉ ਚੜ੍ਹ ਗਏ ਹੋਰ, ਕਿ ਇੱਕ ਭਉ ਲੱਥਾ ਨਾਤਿਆਂ, 2 ਭਉ ਚੜ੍ਹ ਗਏ ਹੋਰ, ਕਿ ਇੱਕ ਭਉ ਲੱਥਾ ਨਾਤਿਆਂ, 2 ਭਉ ਚੜ੍ਹ ਗਏ ਹੋਰ। ਜਦ ਕਿ ਅਸਲੀ ਗੁਰਬਾਣੀ ਤੋਂ ਕਿ ਇੱਦਾਂ ਇੱਕ ਭਾਉ ਲੱਥੀ ਨਾਤਿਆਂ, 2 ਭਾ ਚੜ੍ਹੀਅਸ ਹੋਰ, ਅੰਗ 799। ਤੇ ਬੀਬੀ ਜੀ ਆਪਾਂ ਇੱਕ ਤੁਕ ਜੀ 6 ਗਲਤੀਆਂ ਕਰਤੀਆਂ,
ਆਪਾਂ ਰਾਮ ਰਾਏ ਦੀ ਮਤਲਬ ਭੈਣ ਹੋਣ ਦਾ ਦਾਅਵਾ ਕਰਨ ਦੇ ਆ। ਗੁਰੂ ਸਾਹਿਬ ਨੇ ਰਾਮ ਰਾਏ, ਬਾਬਾ ਰਾਮ ਰਾਏ ਦਾ ਕੀ ਹਾਲ ਕੀਤਾ, ਗੁਰੂ ਸਾਹਿਬ ਨੇ ਮੂੰਹ ਨਹੀਂ ਲਾਇਆ। ਆਪਾਂ ਬੋਲ ਕੇ ਵੀ ਗਲਤੀ ਕਰਨ ਦੇ ਆ, ਆਪਾਂ ਲਿਖ ਕੇ ਵੀ ਕਰਨ ਦੇ, ਯਾਨੀ ਕਿ ਅਸੀਂ ਡਬਲ ਬਲੰਡਰ, ਦੋ ਤਰ੍ਹਾਂ ਦੀਆਂ ਆਪਾਂ ਗਲਤੀਆਂ ਕਰਨ ਦੇ ਆ। ਡਬਲ ਬਲੰਡਰ ਇਹਨੂੰ ਕਹਿੰਦੇ ਇੰਗਲਿਸ਼ ਟਰਮ ਦੇ ਵਿੱਚ। ਅਤੇ ਆਪਾਂ ਕਰਨ ਕੀ ਆਏ ਆ ਇੱਥੇ? ਜੇ ਆਪਾਂ ਆਹੀ ਕੁਛ ਕਰਨਾ ਅਤੇ ਆਪਾਂ ਘਰ ਬੈਠੀਏ। ਪੰਥ ਜਿਹੜਾ ਆਪਣੇ ਆਪ ਦੇਖ, ਗੁਰੂ ਸਾਹਿਬ ਬੈਠੇ ਆ, ਗੁਰੂ ਸਾਹਿਬ ਤੁਹਾਨੂੰ ਦੇਖਣ ਦੇ ਆ ਵੀ ਇਹਨਾਂ 'ਚ ਲਿਆਕਤ ਹੈ ਕਿ ਨਹੀਂ। 300 ਸਾਲ ਹੋ ਗਏ ਆਪਾਂ ਗੁਰੂ ਸਾਹਿਬ ਦੀ ਸੁਰੱਖਿਆ ਨਹੀਂ ਦੇ ਸਕੇ। 300 ਸਾਲ ਹੋ ਗਏ। ਮੈਨੂੰ ਬੜੀ ਸ਼ਰਮ ਆਉਂਦੀ ਆ। ਮਾੜਾ ਜਿਹਾ ਪੰਡਿਤ ਜੀ ਨੂੰ ਦਿਓ ਚਾਂਸ, ਤੁਹਾਨੂੰ ਮੈਂ ਦੱਸ ਦਾਂਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਨੂੰ ਮੈਂ ਹੁਣ ਵੀ ਦਾਂਗਾ ਕਿ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਨਾ, ਉਹ ਸਾਰੇ ਪਿੰਡ ਦੇ ਕੋੜੇ ਮਾਰੇ ਜਾਣ। ਇਹ ਜੇ ਤੁਸੀਂ ਗੁਰੂ ਸਾਹਿਬ ਨੂੰ ਸਾਂਭ ਨਹੀਂ ਸਕਦੇ ਤੇ ਬਾਬਾ ਜੀ ਫਿਰ ਆਪਾਂ ਰੱਖਦੇ ਕਿਉਂ ਆ? ਆਪਾਂ ਬਹਿ ਜਾਈਏ ਘਰ ਆਰਾਮ ਨਾਲ। ਜੇ ਆਪਾਂ ਗੁਰੂ ਸਾਹਿਬ ਨੂੰ ਸਾਂਭ ਨਹੀਂ ਸਕਦੇ, ਬੜੀ ਮਾੜੀ ਗੱਲ ਯਾਰ। ਇਹ ਮੈਂ ਦੱਸਾਂਗਾ ਤੁਹਾਨੂੰ, ਮੈਨੂੰ ਬੜੀ ਸ਼ਰਮ ਆਉਂਦੀ। ਚਲੋ ਤੁਸੀਂ ਇਹ ਧਿਆਨ ਕਿਉਂਕਿ ਪੰਥ ਦੇ ਵਿੱਚ ਸ਼ਕਤੀ ਬਹੁਤ ਆ। ਪੰਥ 'ਚ ਕਰੰਟ ਨਹੀਂ ਹੈਗਾ, ਕੌਮ 'ਚ ਕਰੰਟ ਨਹੀਂ ਆ। ਆ ਪੰਡਿਤ ਜੀ ਤਾਰ ਲਾਉਣਗੇ, ਨੈਗੇਟਿਵ ਪੋਜ਼ੀਟਿਵ ਜੋ ਬਲਬ ਜਗੂਗਾ। ਇਹ ਤੁਹਾਨੂੰ ਮੈਂ ਦੱਸਣ ਡਿਆ। ਇਹ ਬੀਬੀ ਜੀ ਸ਼ਿਕਾਇਤ ਕਰਤੀ ਅਕਾਲ ਤਖਤ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ, ਤਾਂ ਉਹਨਾਂ ਨੇ ਫਿਰ ਕੋਈ ਦਿੱਤਾ ਭਰੋਸਾ? ਇਹ ਬੀਬੀ ਜੀ ਵੱਲ ਕਹਿੰਦੇ ਜੀ ਤੁਸੀਂ ਬੀਬੀ ਜੀ ਕੋ ਸਿੱਧੇ ਚੱਲ ਜਾਓ। ਮੈਂ ਕਿਹਾ ਮੈਂ ਬੀਬੀ ਜੀ ਕੋ ਸਿੱਧੇ ਨਹੀਂ ਜਾਣਾ। ਬੀਬੀ ਜੀ ਵੀ ਇੱਕ ਮਤਲਬ ਕਿ ਆਮ ਸਿੱਖ ਹੈਗੇ ਆ, ਉਹ ਇੱਥੇ ਆਣ, ਇਹਨੂੰ ਸਜ਼ਾ ਲਾਓ। ਤੁਸੀਂ ਬਾਕੀਆਂ ਨੂੰ ਸਜ਼ਾ ਲਾਣ ਦੇ ਹੋ ਨਾ, ਇਹਨੂੰ ਵੀ ਲਾਓ ਸਜ਼ਾ। ਮੇਰੀ ਅਗਲੀ ਕੰਪਲੇਂਟ ਜਿਹੜੀ ਆ ਉਹ ਜਥੇਦਾਰ ਸਾਹਿਬ ਕੋਲ ਹੀ ਹੈ। 557 ਨੰਬਰ ਸੀ ਦਾ 16/8/2021। ਇਹ ਹੈਗੀ ਵਿਸ਼ਾ ਭਾਈ ਰਣਜੀਤ ਸਿੰਘ ਜੀ, ਜੋ ਕਿ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਹਨ। ਇਹਨਾਂ ਨੇ ਕਿਹਾ, ਇਹ 2 ਵੀਡੀਓ ਆ ਇਹਨਾਂ ਦੀਆਂ। ਇਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਵਿੱਚ ਹਜ਼ਾਰਾਂ ਗਲਤੀਆਂ ਆ ਰਹੀਆਂ ਹਨ। ਇਸ ਨਾਲ ਪੰਥ ਵਿੱਚ ਨਵੇਂ ਭਰਮ ਭੁਲੇਖੇ ਪਾਉਂਦੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੁਕਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੁਕਾਂ ਇਹ ਆਪਣੇ ਹਿਸਾਬ ਨਾਲ ਬਣਾ ਕੇ ਬੋਲਦੇ ਆ ਸੰਗਤ 'ਚ। ਇਹ ਲਿਖਤੀ ਸ਼ਿਕਾਇਤ ਕੀਤੀ ਆ। ਇਹਦੇ ਵਿੱਚ ਇਹਨਾਂ ਨੇ ਇਹ ਕਿਹਾ, ਜਿਹੜੀਆਂ 2 ਵੀਡੀਓ ਇਹਨਾਂ ਦੀਆਂ ਜਿਨ੍ਹਾਂ ਦੇ ਇਹਨਾਂ ਨੇ ਦਾਅਵਾ ਕੀਤਾ ਉਹ ਇੱਦਾਂ ਹੈਗੀ ਆ। ਉਹ ਤੁਹਾਨੂੰ ਵੀਡੀਓ ਸਭ ਕੁਝ ਮੈਂ ਦੇ ਦਾਂਗਾ। ਅਸੀਂ ਇਹ ਛਾਪੇ ਦੀਆਂ ਬੀੜਾਂ ਜਿਹੜੀਆਂ ਰੋਜ਼ ਪੜ੍ਹਦੇ ਹਾਂ, ਇਸ ਤੋਂ ਪਾਠ ਕਰਦੇ ਹਾਂ, ਇਹਨਾਂ 'ਚ ਹਜ਼ਾਰਾਂ ਗਲਤੀਆਂ ਆ ਰਹੀਆਂ ਹਨ। ਕਿਸੇ ਨੂੰ ਤਕਲੀਫ ਨਹੀਂ ਹੋ ਰਹੀ, ਕੋਈ ਪੇਨ ਨਹੀਂ ਹੋ ਰਹੀ, ਕੋਈ ਪੇਨ ਨਹੀਂ ਲੈ ਰਿਹਾ, ਕਿਸੇ ਨੂੰ ਚਾਹ ਨਹੀਂ। ਦੂਜੀ ਵੀਡੀਓ ਇਹਨਾਂ ਦੀ ਅੱਜ ਗੁਰੂ ਗ੍ਰੰਥ ਸਾਹਿਬ ਛਪਾਈ ਦਾ ਆ ਰਿਹਾ ਹੈ, ਉਸ ਦੇ ਵਿੱਚ ਹਜ਼ਾਰਾਂ ਗਲਤੀਆਂ ਨੇ। ਇਹਨਾਂ ਦੀ ਸੁਧਾਈ ਕਿਵੇਂ ਕਰੋਗੇ? ਬਾਬੇ ਬੋਹੜ ਤੋਂ ਪੁੱਛ ਕੇ ਕਰੋਗੇ, ਬਾਦਲ ਤੋਂ ਪੁੱਛ ਕੇ ਕਰੋਗੇ। ਬਾਦਲ ਦੱਸੂਗਾ ਇੱਥੇ ਕੀ ਸ਼ਬਦ, ਅਸਲੀ ਸ਼ਬਦ ਕੀ ਹੈ। ਉਸ ਤੋਂ ਇਲਾਵਾ ਇਹਨਾਂ ਨੇ ਗੁਰਬਾਣੀ ਦੀਆਂ ਤੁਕਾਂ ਜਿਹੜੀਆਂ ਆਪਣੇ ਹਿਸਾਬ ਨਾਲ ਬਣਾ ਕੇ ਬੋਲਦੇ ਆ, ਉਹ ਤੁਹਾਨੂੰ ਮੈਂ ਦੱਸਦਾ। ਇਹ ਪਹਿਲੀ ਤੁਕ ਜਿਹੜੀ ਆਪਣੇ ਹਿਸਾਬ ਨਾਲ ਬੋਲਦੇ ਆ, ਇਹ ਭੂਪਤ ਰਾਜੇ ਦਿਵਸ ਰਾਜ ਕੇ ਝੂਠੇ ਕਰਤ ਦਿਵਾਜਾ। ਇਹ ਪਹਿਲੀ ਵਾਰ। ਇਹ ਦੂਜੀ ਵਾਰ ਇਹਨਾਂ ਨੇ ਇਹੀ ਤੁਕ ਆਪਣੇ ਹਿਸਾਬ ਨਾਲ ਫੇਰ ਬੋਲੀ ਆ, ਇਹ ਭੂਪਤ ਰਾਜੇ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਭੂਪਤ ਰਾਜੇ ਦਿਵਸ ਰਾਜ ਕੇ ਝੂਠੇ ਕਰਤ ਦਿਵਾਜਾ। ਦੁਨੀਆ ਦੀ ਪਾਤਸ਼ਾਹੀ ਵਰਗੀ ਇਹ ਸੁਗਾਤ ਦੇਖ ਕੇ ਤੇ ਜਿਹੜੀ ਪਾਤਸ਼ਾਹੀ ਲਈ ਗੁਰੂ ਸਾਹਿਬ ਆਪ ਕਹਿ ਕੇ ਭੂਪਤ ਰਾਜੇ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਹਾਂਜੀ, ਜਦ ਕਿ ਅਸਲੀ ਗੁਰਬਾਣੀ ਤੁਕ ਦਾ ਜਿਹੜਾ ਸਰੂਪ ਹੈ ਉਹ ਇਸ ਤਰ੍ਹਾਂ ਹੈ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਅੰਗ ਜਿਹੜਾ ਹੈਗਾ 856। ਮੈਂ ਇਹ ਕਿਹਾ, ਹੁਣ ਇਹਨਾਂ ਨੇ ਦਾਅਵਾ ਕਰਤਾ ਜੀ ਗੁਰਬਾਣੀ ਦੇ ਵਿੱਚ ਜੋ ਛਪਾਈ ਹੈ ਇਹ 'ਚ ਬੀੜ 'ਚ ਹਜ਼ਾਰਾਂ ਗਲਤੀਆਂ ਆ ਰਹੀਆਂ। ਹਜ਼ਾਰਾਂ ਦਾ ਮਤਲਬ ਕੀ ਹੋਇਆ? ਅੱਜ ਗੁਰੂ ਗ੍ਰੰਥ ਸਾਹਿਬ ਛਪਾਈ ਦਾ ਆ ਰਿਹਾ ਤੇ ਉਹਦੇ ਵਿੱਚ ਹਜ਼ਾਰਾਂ ਗਲਤੀਆਂ ਨੇ। ਇਹਨਾਂ ਦੀ ਸੁਧਾਈ ਕਿਵੇਂ ਕਰੋਗੇ? ਬਾਬੇ ਬੋਹੜ ਤੋਂ ਪੁੱਛ ਕੇ, ਬਾਦਲ ਤੋਂ ਪੁੱਛ ਕੇ ਕਰੋਗੇ? ਬਾਦਲ ਦੱਸੂਗਾ ਇੱਥੇ ਅਸਲੀ ਸ਼ਬਦ ਕੀ ਆ। ਇਹ ਗਿਆਨੀ ਜੀ ਨਾਲ ਵੀ ਮੇਰੀ ਗੱਲ ਹੋਈ ਆ, ਗਿਆਨੀ ਹਰਪ੍ਰੀਤ ਜੀ ਨਾਲ ਵੀ, ਕਿ ਮੈਂ ਕਿਹਾ ਇਹਨਾਂ ਨੂੰ ਸੱਦੋ ਜਰਾ, ਇਹਨਾਂ ਨੂੰ ਮੈਂ, ਔਰ ਇਹ ਮੈਨੂੰ ਦਿਖਾਉਣ ਹਜ਼ਾਰਾਂ ਗਲਤੀਆਂ ਕਿਹੜੀਆਂ ਹੈਗੀਆਂ। ਇਹਨਾਂ ਨੇ ਕਿਹਾ ਜਦੋਂ ਆਪਾਂ ਕਹਿ ਦਿੰਦੇ ਹਾਂ 1000 ਗਲਤੀ, ਇਹਦਾ ਮਤਲਬ 1000 ਗਲਤੀ, 2000 ਗਲਤੀ, 90000 ਗਲਤੀ, 99000 ਗਲਤੀ। ਇਹ ਕਹਿੰਦੇ ਹਜ਼ਾਰਾਂ ਦਾ ਮਤਲਬ ਉਹ ਲੱਖਾਂ 'ਚ ਚਲੀਆਂ ਗਈਆਂ। ਇਹਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਸਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜੀ ਗਲਤ ਛਾਪਣ ਦੀ ਆ। ਆਪਾਂ ਆਪਣਾ ਜਲੂਸ ਆਪ ਹੀ ਕੱਢਣ ਦੇ ਆ। ਇਹਨਾਂ ਨੂੰ ਮੈਂ ਕਿਹਾ ਕਿ ਇਹਨਾਂ ਨੂੰ ਬੁਲਾਓ, ਸ਼੍ਰੀ ਅਕਾਲ ਤਖਤ ਸਾਹਿਬ ਦੇ ਤਲਬ ਕਰੋ, ਇਹ ਮੈਨੂੰ ਦੱਸਣ ਕਿਹੜੀਆਂ ਹਜ਼ਾਰਾਂ ਗਲਤੀਆਂ ਹੈਗੀਆਂ। ਔਰ ਇੱਕ ਮੈਂ ਤੁਹਾਨੂੰ ਗੱਲ ਹੋਰ ਦੱਸਦਾ ਸੰਗਤ ਦੀ, ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਪੰਡਿਤ ਬੋਲ ਰਿਹਾ, ਪੰਡਿਤ ਕੁਛ ਨਹੀਂ ਹੈਗਾ। ਪੰਡਿਤ ਕੀ ਕਹਿ ਰਿਹਾ? ਇਹਨਾਂ ਨੂੰ ਮੈਂ ਇਹ ਜਦੋਂ ਜਥੇਦਾਰ ਅਕਾਲ ਤਖਤ ਸੀ 1997 'ਚ ਇਹਨਾਂ ਨੂੰ ਮੈਂ ਬੇਨਤੀ ਕੀਤੀ, ਉਦੋਂ ਮੈਂ ਮੋਨਾ ਸੀ। ਗੁਰਬਾਣੀ ਦਾ ਮੈਂ 1980 ਤੋਂ ਪੜ੍ਹਨ ਡਿਆ ਹੈਗਾ।
ਇਹਨਾਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਜਿਹੜੀ ਆਪਾਂ ਗੁਰਬਾਣੀ ਛਾਪ ਰਹੇ ਹਾਂ ਇਹਦੀ ਨਾ ਇਹ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਨਹੀਂ ਛਾਪ ਰਹੀ, ਇਹ 'ਚ ਸੋਧ ਕਰਾ ਲਓ। ਮੈਂ ਤੁਹਾਨੂੰ ਸੋਧ ਕਰ ਦਾਂਗਾ, ਪੰਡਤ ਕੋਲ ਸੋਧ ਕਰਾ ਲਓ ਤੁਸੀਂ। ਜੇ ਤੁਹਾਨੂੰ ਸ਼ਰਮ ਆਉਂਦੀ ਕਿ ਮੁੰਨਾ ਬੰਦਾ ਤਾਂ ਮੈਂ ਗੁਪਤ ਕਰ ਦਾਂਗਾ, ਕਿਸੇ ਨੂੰ ਦੱਸਾਂਗਾ ਨਹੀਂ, ਤੁਸੀਂ ਮੇਰੇ ਕੋਲ ਸੋਧ ਕਰਾ ਲਓ। ਉਦੋਂ ਤੋਂ ਇਹਨਾਂ ਨੇ ਧਿਆਨ ਨਹੀਂ ਦਿੱਤਾ। ਹੁਣ ਅੱਜ ਰੌਲਾ ਪਾਉਣ ਡਿਆ ਕਿ ਅੱਜ ਜੀ ਹਜ਼ਾਰਾਂ ਗਲਤੀਆਂ ਆ ਰਹੀਆਂ। ਇਹਨਾਂ ਤੋਂ ਪੁੱਛੋ ਜਦੋਂ ਇਹ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀ, ਉਦੋਂ 1997 ਤੋਂ ਲੈ ਕੇ 1999 ਤੱਕ ਕਰੀਬ, ਉਦੋਂ ਦੱਸੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੀੜ 'ਚ ਕਿੰਨੀਆਂ ਗਲਤੀਆਂ ਸੀ ਆਪਣੇ ਜ਼ਮਾਨੇ 'ਚ, ਅਤੇ ਅੱਜ ਦੀ ਤਰੀਕ ਦੇ ਵਿੱਚ ਕਿੰਨੀਆਂ ਗਿਣਤੀਆਂ ਹੈਗੀਆਂ। ਉਹ ਵਧੀਆਂ ਕਿ ਘਟੀਆਂ ਕਿ ਉੱਥੇ ਆ, ਇਹਦਾ ਵੇਰਵਾ ਮੰਗੋ ਇਹਨਾਂ ਤੋਂ। ਅਸੀਂ ਆਪਣਾ ਮਜ਼ਾਕ ਆਪ ਹੀ ਉਡਾਣਦੇ ਹਾਂ। ਇਹ ਮੈਂ ਗਿਆਨੀ ਜੀ ਨੂੰ ਕਿਹਾ, ਉਹ ਗਿਆਨੀ ਜੀ ਨੇ ਮੈਨੂੰ ਕਿਹਾ ਕਿ ਆਪਾਂ ਇਹਦੇ 'ਤੇ ਕੰਮ ਕਰਾਂਗੇ ਔਰ ਇਹਨਾਂ ਤੋਂ ਸਪਸ਼ਟੀਕਰਨ ਮੰਗਿਆ ਜਾਏ ਔਰ ਪੰਥਕ ਰਹਿਤ ਮਰਿਆਦਾ ਅਨੁਸਾਰ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਬਾਕੀ ਜਿਹੜਾ ਇਹ ਹੋ ਗਿਆ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਮੈਂ ਕੰਪਲੇਂਟਾਂ ਲਾਈਆਂ, ਉਹ ਜਸਵਿੰਦਰ ਜੀ ਜਸਪਾਲ ਜੀ ਜਿਹੜਾ ਤੁਸੀਂ ਮੈਨੂੰ ਹੋਰ ਕੁਝ ਪੁੱਛਣਾ ਚਾਹੋ। ਜਿਹੜਾ ਕੁਮਾਰ ਸਵਾਮੀ ਆ, ਜਦੋਂ ਕੇਸ ਕੀਤਾ ਸੀ ਤੁਸੀਂ ਜਿਵੇਂ ਦੱਸਿਆ 4 ਕ੍ਰਿਮੀਨਲ ਕੇਸ ਕੀਤੇ, ਤਾਂ ਜਿਹੜਾ ਹੈਰਾਨੀਜਨਕ ਗੱਲ ਤੁਸੀਂ ਦੱਸੀ ਹੈ ਕਿ ਤੁਸੀਂ ਸਾਰੀਆਂ ਤਕਰੀਬਨ ਸੰਸਥਾਵਾਂ ਕੋਲ ਗਏ ਔਰ ਕੋਈ ਗਵਾਹੀ ਦੇਣ ਲਈ ਨਹੀਂ ਆਇਆ। ਬੀਬੀ ਜਗੀਰ ਕੋਲ ਵੀ ਗਿਆ ਸੀ ਮੈਂ, ਬੇਗੋਵਾਲ ਇਹਨੇ ਦੇ ਘਰ ਗਿਆ ਸੀ। ਇਹਨੇ ਮੈਨੂੰ ਚਾਹ ਪਿਲਾਈ ਨਾਲ ਬਰਫੀ ਖਿਲਾਈ ਸੀ, ਪਰ ਮਤਲਬ ਮੈਂ ਬਰਫੀ ਤਾਂ ਨਹੀਂ ਗੱਲ ਭਾਈ ਕੰਮ ਨਾ, ਮੈਨੂੰ ਤਾਂ ਕੰਮ ਨਾ ਮਤਲਬ ਆ। ਇਹਨਾਂ ਨੇ ਮੈਨੂੰ ਬਰਫੀ ਖਿਲਾਈ ਸੀ, ਉਹ ਹੈ ਤਾਂ ਸਵਾਦ ਹੀ ਸੀ, ਪਰ ਗੱਲ ਜਿਹੜਾ ਕੰਮ ਦਾ ਸਵਾਦ ਉਹਦਾ ਨਹੀਂ ਨਾ ਹੋਇਆ। ਬਰਫੀ ਖਾਣ ਥੋੜ੍ਹਾ ਆਇਆ, ਬਰਫੀ ਦਾ ਮੇਰਾ ਸਵਾਲ ਇਹ ਆ ਕਿ ਮੰਨ ਲਓ ਜਿਹੜੀਆਂ ਕਈ ਸੋ ਕਾਲਡ ਪੰਥਕ ਜਥੇਬੰਦੀਆਂ ਨੇ, ਸਾਰਿਆਂ ਕੋਲ ਤੁਸੀਂ ਗਏ, ਇੱਕ ਓਵਰਆਲ ਇਹਨਾਂ ਨੇ ਤੁਹਾਨੂੰ ਕਿਸ ਲਹਿਜ਼ੇ ਵਿੱਚ ਕਿਸ ਕਿਸਮ ਦਾ ਜਵਾਬ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ ਜਾਂ ਕੋਈ ਦੇਖਾਂਗੇ ਸੋਚਾਂਗੇ, ਕੀ ਜਵਾਬ ਕੀ ਦਿੰਦੇ ਰਹੇ ਸੀ ਤੁਹਾਨੂੰ? ਇਹਨਾਂ ਦਾ ਜਿਹੜਾ ਜਵਾਬ ਹੈ ਸਪਸ਼ਟ ਜਵਾਬ ਨਹੀਂ ਹੁੰਦਾ। ਮੈਂ ਕਿਹਾ ਜੀ ਉਹ ਨਾਲੇ ਇਹ ਜਿਹੜਾ ਬ੍ਰਹਮ ਰਿਸ਼ੀ ਕੁਮਾਰ ਸਵਾਮੀ ਹੈ, ਇਹ ਵੀ ਦਾਅਵਾ ਕਰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਜਿਹੜੇ ਆ ਜਵਾਨੀ ਯਾਦ ਹੈ। ਉਹ ਕਹਿੰਦਾ ਮੈਂ ਪੜ੍ਹੇ ਨਹੀਂ ਹੈਗੇ, ਮੈਂ ਜਦੋਂ ਮਾਂ ਦੇ ਗਰਭ 'ਚ ਸੀ ਉਦੋਂ ਮੇਰੀ ਮਾਂ ਪਾਠ ਕਰਦੀ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰੂ, ਉਦੋਂ ਯਾਦ ਹੋ ਗਿਆ। ਇਹ ਜਥੇਦਾਰ ਸਾਹਿਬ ਨੂੰ ਇਹ ਵੀ ਕੰਪਲੇਂਟ ਲਾਈ ਆ, ਮੈਂ ਇਹਦਾ ਨੰਬਰ ਤੁਹਾਨੂੰ ਮੈਂ ਦੱਸ ਦਾਂਗਾ ਕਿ ਇਹਨਾਂ ਤੋਂ ਬਾਬਾ ਜੀ ਆ ਜਿਹੜਾ ਇਹਨਾਂ ਨੇ ਦਾਅਵਾ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਨੂੰ ਜਵਾਨੀ ਯਾਦ ਆ, ਇਹਨਾਂ ਤੋਂ ਜਵਾਨੀ ਸੁਣਿਆ ਜਾਏ, ਕਿਉਂਕਿ ਜਵਾਨੀ ਯਾਦ ਅੱਜ ਤੱਕ ਇਹ ਦਸ਼ਮ ਪਾਤਸ਼ਾਹ ਜੀ ਨੂੰ ਜਦੋਂ ਦਸ਼ਮ ਪਾਤਸ਼ਾਹ ਸਾਹਿਬ ਜੀ ਨੂੰ ਸੀ, ਜਦੋਂ ਧੀਰ ਮੱਲਿਆਂ ਨੇ ਗੁਰੂ ਸਾਹਿਬ ਨੂੰ ਬੀੜ ਨਹੀਂ ਦਿੱਤੀ, ਅਤੇ ਗੁਰੂ ਸਾਹਿਬ ਨੇ ਤਲਵੰਡੀ ਸਾਹਿਬੋਂ ਦਮਦਮਾ ਸਾਹਿਬ ਬੈਠ ਕੇ ਇਹ ਆਪਣੇ ਕੰਠ 'ਚੋਂ ਉਚਾਰਨ ਕਰਾ ਕੇ ਆਹ ਬੀੜ ਜਿਹੜੀ ਆਪਾਂ ਅੱਜ ਦਾ ਪਾਠ ਕਰਦੇ ਹਾਂ, ਇਹ ਗੁਰੂ ਸਾਹਿਬ ਨੇ ਉਚਾਰਨ ਕਰਕੇ ਤਿਆਰ ਕਰਾਇਆ ਸੀ। ਇਹ ਗੁਰੂ ਸਾਹਿਬ ਨੂੰ ਯਾਦ ਹੋਇਆ, ਹੋਰ ਕੋਈ ਬਾਬਾ। ਅੱਜ ਮੈਂ ਤੁਹਾਨੂੰ ਇਹ ਵੀ ਕਹਿੰਦਾ, ਉਹ ਮੈਨੂੰ ਜੀ ਕਹਿੰਦੇ ਪੰਡਿਤ ਜੀ ਨਹੀਂ ਇਹ ਤਾਂ ਤੁਸੀਂ ਕਹਿਣ ਦੇ ਗਲਤ, ਉਹ ਸਾਡੇ ਇੱਕ ਬੰਦਾ ਹੈਗਾ ਜੀ ਬਾਬੇ, ਉਹਨਾਂ ਨੂੰ ਯਾਦ ਹੈ। ਮੈਂ ਕਿਹਾ ਦੱਸੋ ਕਿੱਥੇ? ਕਹਿੰਦੇ ਜੀ ਉਹ ਤੁਹਾਨੂੰ ਮਿਲਾਵਾਂਗੇ। ਉਹ ਮੈਂ ਕਿਹਾ ਦੱਸੋ ਤੁਸੀਂ ਮਿਲਾਇਆ ਨਹੀਂ? ਕਹਿੰਦੇ ਉਹ ਸਰੀਰ ਛੱਡ ਗਏ, ਹੁਣ ਉਹ ਮਰ ਗਏ। ਮੈਂ ਕਿਹਾ ਯਾਰ ਹੁਣ ਮੈਂ ਕਬਰਾਂ 'ਚ ਜਾ ਕੇ ਉਹਨੂੰ ਪੁੱਛਾਂ ਵੀ ਤੁਹਾਨੂੰ ਯਾਦ ਹੈ ਕਿ ਨਹੀਂ? ਅੱਜ ਦੀ ਤਰੀਕ 'ਚ ਵੀ ਕੀ ਹੈ, ਕੋਈ ਇਹ ਵਾਅਦਾ ਕਰਦਾ ਦਾਅਵਾ ਕਰਦਾ ਕਿ ਮੈਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਵਾਨੀ ਯਾਦ ਹੈ, ਅਤੇ ਉਹ ਪੰਡਿਤ ਜੀ ਉਹ ਤੋਂ ਸੁਣਨਗੇ। ਇਹ ਤੁਹਾਨੂੰ ਮੈਂ ਦੱਸ ਦੇਵਾਂ, ਆਪਾਂ ਨਾ ਝੂਠਾ ਜਿਹੜਾ ਕੰਮ ਇਹਦਾ ਆਪਾਂ ਜੇ ਦਾਅਵਾ ਕਰ ਰਹੇ ਹਾਂ ਇਹ ਕਿ ਸਾਨੂੰ ਜੀ ਜਵਾਨੀ ਯਾਦ ਹੈ, ਇਹਦਾ ਮਤਲਬ ਕੀ ਹੋਇਆ ਕਿ ਅਸੀਂ ਆਪਣਾ ਸਟੇਟਸ, ਆਪਣਾ ਜਿਹੜਾ ਸਿੰਬਲ ਹੈ, ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਰਾਬਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਆਪਾਂ ਨੂੰ ਸ਼ਰਮ ਨਹੀਂ ਆ ਰਹੀ। ਕਿੰਨਿਆਂ ਕੁ ਨੂੰ ਜਵਾਨੀ ਯਾਦ ਹੈ? ਪਾਠ ਤਾਂ ਤੁਸੀਂ ਤੁਹਾਡੇ ਕੋਲ ਹੁੰਦਾ ਨਹੀਂ, ਗੁਟਕਾ ਸਾਹਿਬ ਤਾਂ ਤੁਸੀਂ ਫੜਦੇ ਨਹੀਂ ਹੈ। ਇੱਕ ਸਵਾਲ ਮੇਰਾ ਰਹਿ ਗਿਆ ਵਿੱਚ, ਜਦੋਂ ਤੁਸੀਂ 97 ਦੇ ਵਿੱਚ 1997 ਨੂੰ ਭਾਈ ਰਣਜੀਤ ਸਿੰਘ ਜੀ ਕੋਲ ਗਏ, ਹਾਂਜੀ ਹਾਂਜੀ, ਤੇ ਉਹਨਾਂ ਨੂੰ ਤੁਸੀਂ ਗਏ ਨਹੀਂ, ਮੈਂ ਇਹਨਾਂ ਨੂੰ ਲੈਟਰ ਪਾਏ ਤੁਸੀਂ, ਪਰ ਇਹ ਮੈਨੂੰ ਹੁਣ ਮਿਲੇ ਦੋ ਰੀਸੈਂਟਲੀ, ਇਹ ਫਗਵਾੜੇ ਮਿਲੇ ਸੀ ਇੱਥੇ ਜਦੋਂ ਇਹਨਾਂ ਨੇ ਧਰਨਾ ਲਾਇਆ ਸੀ ਸ਼੍ਰੀ ਅਕਾਲ ਸਾਹਿਬ ਬਾਹਰ, ਉਦੋਂ ਮੈਂ ਮਿਲਿਆ ਸੀ ਇਹਨਾਂ ਨੂੰ। ਮੈਂ ਕਿਹਾ ਜਥੇਦਾਰ ਸਾਹਿਬ ਆਪਾਂ ਨਾ 1849 ਤੋਂ ਬਾਅਦ ਨਿਸ਼ਾਨਾ ਨਹੀਂ ਲੱਗ ਰਿਹਾ ਆਪਣਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ, ਖਾਲਸਾ ਰਾਜ ਕਲੈਪਸ ਹੋ ਗਿਆ, ਉਹ 1849 ਤੋਂ ਨਹੀਂ ਆਪਣੇ ਤੋਂ ਨਿਸ਼ਾਨਾ ਲੱਗ ਰਿਹਾ। ਆਪਾਂ ਜਿਹੜਾ ਨਾ ਨਿਸ਼ਾਨਾ ਲਾਣਾ ਸਿੱਖੀਏ, ਸਾਨੂੰ ਨਿਸ਼ਾਨਾ ਲਾਣਾ ਨਹੀਂ ਆਇਆ, ਔਰ ਪੰਡਤ ਦਾ ਅੱਜ ਤੱਕ ਨਿਸ਼ਾਨਾ ਖਾਲੀ ਨਹੀਂ ਗਿਆ। ਇਹ ਤਾਂ ਅਲੱਗ ਗੱਲ ਹੈ ਕਿ ਤੁਹਾਡੇ ਬੰਦੇ ਘਰ ਆਟਾ ਮੁੱਕ ਗਿਆ। ਆ ਮੇਰੀ ਨੌਕਰੀ ਚੱਲ ਗਈ, 60,000 ਦੀ ਨੌਕਰੀ, ਮੈਂ ਮੈਨੇਜਰ ਸੀ JCT ਮਿਲ ਫਗਵਾੜੇ 'ਚ, ਮੇਰੀ ਨੌਕਰੀ ਚੱਲ ਗਈ। ਮੈਂ ਜਨੂਨ 'ਤੇ ਕੰਮ ਕਰਦਾ, ਤੁਸੀਂ ਕੀਤਾ ਹੀ ਕੁਛ ਨਹੀਂ, ਤੁਸੀਂ ਮੇਰੇ ਨਾਲ ਹੀ ਨਹੀਂ ਰਲੇ ਹੈਂ। ਸਾਡੇ ਘਰ ਆਟਾ ਮੁੱਕ ਗਿਆ। ਇੱਕ ਭਾਈ ਗੁਰਕਵਾਲ ਜੀ ਹੈਗੇ ਅੰਮ੍ਰਿਤਸਰ, ਬੀਬੀ ਕੋਲਾ ਭਲਾਈ ਸੈਂਟਰ, ਉਹਨਾਂ ਨੇ ਸਾਡੇ ਘਰ ਆਟਾ ਪਹੁੰਚਾਇਆ, ਵਿਧਵਾ ਬੀਬੀਆਂ ਦਾ ਰਾਸ਼ਨ ਪੰਡਤ ਨੂੰ ਦਿੱਤਾ। ਉਹ ਤੁਹਾਡੀ ਜਿਹੜੀ ਖਾਲਸਾ ਏਡ ਆ, ਉਹ ਕਹਿੰਦੇ ਇਹੀ ਲੰਗਰ ਲਾਤਾ। ਕਿਹੜੇ ਲੰਗਰ ਲਾਤੇ? ਉਹ ਮਰ ਗਏ ਖਾਲਸਾ ਏਡ ਵਾਲੇ, ਉਹਨੂੰ ਪੰਡਤ ਨਜ਼ਰ ਨਹੀਂ ਆਇਆ। 2008 ਤੋਂ ਮੈਂ ਲੱਗਾ, 1993 ਜੋ ਮੈਂ ਲੱਗਣ ਡਿਆ, ਉਹ 2008 ਤੋਂ ਤੁਹਾਨੂੰ ਮੈਂ ਰੌਲਾ ਪਾਉਣ ਡਿਆ
ਕਿ ਇਹ ਸੌਫਟ ਕਾਰਨਰ ਹੈ, ਤੁਸੀਂ ਇੱਥੇ ਪਹਿਰਾ ਦਿਓ। ਇਹ ਜਦੋਂ ਤੁਹਾਡੀਆਂ ਸਰਕਾਰਾਂ ਆਉਂਦੀਆਂ ਉਦੋਂ ਹੀ ਹੁੰਦੀ ਬੇਅਦਬੀ, ਪਹਿਲਾਂ ਕਿਉਂ ਨਹੀਂ ਹੋਈ? ਆਪਾਂ ਗੱਲ ਸਮਝੀਏ ਪੰਡਿਤ ਜੀ ਕੀ ਕਹਿ ਰਹੇ ਆ। ਬਾਕੀ ਮੈਂ ਤੁਹਾਡੇ ਕੋਲ ਕੋਈ ਮਾਫੀ ਮੂਫੀ ਨਹੀਂ ਮੰਗਣੀ, ਮੇਰੇ ਕੋਲ ਫੈਕਟ ਹੈ, ਮੈਂ ਸੱਚਾਈ ਬੋਲਾਂਗਾ। ਉਹ ਮੈਨੂੰ ਕੋਈ ਤੁਸੀਂ ਦਿਓ ਚਾਹੇ ਨਾ ਦਿਓ, ਮੇਰੇ ਕੋਲ ਆਟਾ ਹੈ ਨਹੀਂ, ਉਹ ਮੈਂ ਜਸਪਾਲ ਨੂੰ ਕਹਿੰਦਾ ਮੈਨੂੰ ਆਟੇ ਦੀ ਬੋਰੀ ਲੈ ਦੇ। ਤੁਹਾਡੇ ਕੋਲ ਨਹੀਂ ਮੰਗਣਾ ਕੁਛ ਵੀ ਮੈਂ, ਕਿਉਂਕਿ ਤੁਸੀਂ ਜਾਂ ਗੁਰੂ ਦੇ ਨਹੀਂ ਬਣੇ ਤੇ ਮੇਰੀ ਗੱਲ ਤੁਸੀਂ ਕੀ ਸੁਣਨੀ ਆ? ਅੱਜ ਤੱਕ ਤਾਂ ਤੁਹਾਨੂੰ ਸਮਝ ਨਹੀਂ ਆਈ। ਇਹ ਹਰਪ੍ਰੀਤ ਜਥੇਦਾਰ ਸਾਹਿਬ ਜੀ, ਤੁਸੀਂ ਵੀ ਸੁਣ ਲਓ ਧਿਆਨ ਨਾਲ। ਜੇ ਆਪਾਂ ਬਹਿਣਾ ਆ ਤਾਂ ਸਤਿਕਾਰ ਕਰੀਏ, ਨਹੀਂ ਤਾਂ ਆਰਾਮ ਨਾਲ ਆ ਜਾਈਏ ਤੇ ਆਪਾਂ ਕਿਸੇ ਹੋਰ ਬੰਦੇ ਨੂੰ ਬਿਠਾ ਦਈਏ, ਫਿਰ ਦੇਖੀਏ ਗੁਰੂ ਸਾਹਿਬ ਦੀ। ਕਿਉਂਕਿ ਵੀ ਇੱਦਾਂ ਆ, ਜਿਹੜੇ ਅਕਾਲੀ ਫੂਲਾ ਸਿੰਘ ਜੀ ਉਹਨਾਂ ਨੇ ਕੋੜੇ ਮਾਰੇ ਸੀ, ਕੋੜੇ ਦੀ ਪ੍ਰਥਾ ਉਹ ਦੁਬਾਰਾ ਬਾਬਾ ਜੀ ਚਾਲੂ ਹੋਏਗੀ। ਔਰ ਮੈਂ ਗੁਰਬਾਣੀ ਦਾ ਜਿਹੜਾ ਜਨੂਨ ਹੈ ਇਹਨੂੰ ਫਲਾਣਾ, ਗੁਰਬਾਣੀ ਦੀ ਦਹਿਸ਼ਤ ਫਲਾਣੀ ਆ, ਤਾਂ ਕਿ ਇਹਨੂੰ ਕੋਈ ਹੱਥ ਨਾ ਲਾਏ। ਮੈਂ ਤਾਂ 8 ਦਾ ਰੌਲਾ ਪਾਉਣ ਡਿਆ, ਮੈਂ ਤਾਂ 93 ਦਾ ਰੌਲਾ ਪਾਉਣ ਡਿਆ, 1993 ਦਾ। ਪਰ ਤੁਸੀਂ ਹੈ ਹੀ ਬੋਲੇ, ਤੁਹਾਨੂੰ ਸਮਝ ਨਹੀਂ ਆਉਂਦੀ। ਆ ਤੁਹਾਨੂੰ ਸਮਝਾਉਣ ਵਾਸਤੇ ਆਪਣੀ ਸ਼ਕਲ ਜਿਹੜੀ ਆ ਅੱਜ ਮੈਂ ਦਿਖਾਉਣ ਵਾਸਤੇ ਬਰੇਨ ਔਨ TV ਤੇ ਆਇਆ। ਔਰ ਇਹ 'ਤੇ ਮੈਂ ਆਵਾਂਗਾ। ਕੋਈ ਹੋਰ ਚੈਨਲ ਮੇਰੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਨਾ ਕਰੇ। ਮੈਨੂੰ ਜਿੰਨਾ ਮਰਜ਼ੀ, ਮੈਨੂੰ ਅੱਜ ਵੀ ਕਰੋੜਾਂ ਦੀ ਆਫਰ ਹੈਗੀ ਆ। ਮੇਰਾ ਇੱਕ ਕੇਸ ਜਿਹੜਾ ਕੁਮਾਰ ਸਵਾਮੀ ਦਾ ਇੰਡੀਆ TV ਤੇ ਆਇਆ ਸੀ, ਉਹਦੀ ਤੁਹਾਨੂੰ ਮੈਂ ਵੀਡੀਓ ਦਿਖਾਵਾਂਗਾ। ਉਹ ਅੱਗੇ ਤੁਹਾਨੂੰ ਮੈਂ ਦੱਸੀ ਜਾਵਾਂਗਾ। ਤੁਸੀਂ ਕੁਛ ਨਹੀਂ ਕਰਨਾ, ਪੰਥ ਆਪਣੇ ਆਪ ਚੜ੍ਹਦੀ ਕਲਾ 'ਚ ਜਾਏਗਾ। ਹੁਣ ਆਪਾਂ ਸਮਾਪਤੀ ਕਰਦੇ ਹਾਂ। ਹਾਂਜੀ ਤੇ ਗੱਲ ਇਹ ਵੀ ਹੈ ਕਿ ਜਿਸ ਹਿਸਾਬ ਨਾਲ ਸਿੱਖਾਂ ਦੇ ਹਾਲਾਤ ਨੇ, ਨਿਰਾਸ਼ਾਜਨਕ ਮਾਹੌਲ ਹੈ। ਔਰ ਇਹ ਨਿਰਾਸ਼ਾਜਨਕ ਮਾਹੌਲ ਵੀ ਇਦਾਂ ਹੀ ਲੱਗ ਰਿਹਾ ਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਹੀ ਸਤਿਕਾਰ ਨਹੀਂ ਦੇਣਾ ਉਸ ਲੈਵਲ ਦਾ, ਸੱਚੇ ਪਾਤਸ਼ਾਹ ਨੇ ਜੋ ਉਚਾਰਨ ਕੀਤਾ ਉਹਨੂੰ ਗਲਤ ਲਿਖੀ ਜਾਣਾ ਵਾਰ-ਵਾਰ, ਔਰ ਬੜੇ ਕੋਈ ਜ਼ਿੰਮੇਵਾਰੀ ਨਹੀਂ ਲੈਣਾ, ਇਹ ਇੱਕ ਸਾਡੇ ਕੋਲੋਂ ਗਲਤੀ ਹੋ ਰਹੀ ਹੈ। ਗਲਤੀ ਨਹੀਂ ਹੈਗੀ, ਇਹ ਮਹਾਂ ਗਲਤੀ ਹੈ। ਔਰ ਜੇ ਸੁਧਾਰੀ ਨਹੀਂ ਜਾਂਦੀ ਸਿੱਖਾਂ ਵੱਲੋਂ ਜਦੋਂ ਤੱਕ, ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਸਿੱਖਾਂ ਦੇ ਵਿੱਚ ਸੁਧਾਰ ਹੋਏਗਾ, ਕਿਉਂਕਿ ਸੱਚੇ ਪਾਤਸ਼ਾਹ ਨੇ ਹੀ ਇਹ ਕੌਮ ਪੈਦਾ ਕੀਤੀ ਸੀ। ਔਰ ਜੇ ਸੱਚੇ ਪਾਤਸ਼ਾਹ ਦੇ ਜਿਹੜੇ ਵਾਕ ਨੇ, ਸ਼ਬਦ ਨੇ, ਉਹਨਾਂ ਨੂੰ ਹੀ ਅਸੀਂ ਤੋੜ ਮਰੋੜ ਕੇ ਬਿਆਨ ਕਰਾਂਗੇ, ਲਿਖਾਂਗੇ, ਬੋਲਾਂਗੇ, ਤਾਂ ਮੈਨੂੰ ਨਹੀਂ ਲੱਗਦਾ ਵੀ ਸਿੱਖਾਂ ਦਾ ਕਦੇ ਭਲਾ ਹੋਏਗਾ। ਜੇ ਸਿੱਖ ਭਲਾ ਚਾਹੁੰਦੇ ਨੇ, ਖੈਰ ਚਾਹੁੰਦੇ ਨੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜੀ ਬਾਣੀ ਆ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ, ਇਹਦੇ ਵੱਲ ਧਿਆਨ ਦੇਣਾ ਪਏਗਾ। ਇਹਦੀ ਸੁਧਾਈ, ਜਿਹੜੀਆਂ ਗਲਤੀਆਂ ਕਰਦੇ ਨੇ ਲਿਖਣ ਲੱਗਿਆਂ, ਬੋਲਣ ਲੱਗਿਆਂ, ਉਹਨਾਂ ਨੂੰ ਇੱਕ ਵਾਰੀ ਮਾਫੀ ਮੰਗ ਕੇ ਨਵੇਂ ਸਿਰੇ ਤੋਂ ਜੋ ਵੀ ਹੈਗਾ ਉਹਨਾਂ ਨੂੰ ਸਾਰਾ ਅੱਗੇ ਤੋਂ ਕਲੀਅਰ ਕਰਨਾ ਚਾਹੀਦਾ। ਭਾਈ ਸਾਹਿਬ, ਤੁਸੀਂ ਸਮਾਂ ਦਿੱਤਾ, ਬੜੀ ਦੂਰੋਂ ਚੱਲ ਕੇ ਆਏ ਹੋ ਤੁਸੀਂ, ਔਰ ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ।